ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਏ ਸ਼ਰਨਾਗਤੀ ਕਿਰਪਾ ਨਿਧ ਦਇਆ, ਏਕ ਅੱਖਰ ਹਰਿ ਮਨ ਵਸਤ, ਨਾਨਕ ਹੋਤ ਨਿਹਾਲ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਰਾਣਾ ਰਵ ਨ ਕੋ ਰਹਿ, ਰੰਗ ਨ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਤੀਰ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਪਤ ਰਾਖੀ ਗੁਰ ਪਾਰ ਬ੍ਰਹਮ, ਤਜ ਪ੍ਰਪੰਚ ਮੋਹ ਵਿਕਾਰ। ਨਾਨਕ ਸੋ ਅਰਾਧੀਐ, ਜਿਹ ਅੰਤ ਨ ਪਾਰਾਵਾਰ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਈ। ਅੰਧ ਲਖੇ ਬਦਲੋ ਸੁਨੈ, ਜੋ ਕਾਲ ਕਿਰਪਾ ਕਰਾਈ। ਸੁਪਨੇ ਜਿਉ ਸੰਸਾਰ, ਸੁਪਨੇ ਜਿਉ ਸੰਸਾਰ। 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 ਸੁਪਨੇ ਜਿਉ ਸੰਸਾਰ ਪਿਆਰੇ, ਸੁਪਨੇ ਜਿਉ। ਸੁਪਨੇ ਜਿਉ ਸੰਸਾਰ, ਸੁਪਨੇ ਜਿਉ ਸੰਸਾਰ। 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 ਕਹੋ ਨਾਨਕ ਤੇਰੇ ਕਛ ਨਹੀਂ, ਕਹੋ ਨਾਨਕ ਤੇਰੇ ਕਛ
ਜਿਉ ਸੰਸਾਰ ਸੁਪਨੇ ਜੋ 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 ਸੰਸਾਰ ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਸਾਰੀਐ ਲਿਖੈ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਜਿਸ ਕੇ ਜੀ ਪ੍ਰਾਨ ਹੈ ਕਿਉ ਸਾਹਿਬ ਮਨ ਹੋ ਵਿਸਾਰੀ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸ ਕੇ ਜੀ ਪ੍ਰਾਨ ਹੈ ਕਿਉ ਸਾਹਿਬ ਮਨੋ ਵਿਸਾਰੀਐ ਆਪਣਾ ਹੱਥੀ ਆਪਣਾ ਆਪੇ ਹੀ ਘਰ ਸਵਾਰੀਐ ਜੋ ਕੜਿਆ ਸੋ ਭਜਣਾ ਇੱਕ ਦਿਨ ਜੋ ਬਣਿਆ ਸੋ ਠਹਿਣਾ ਆਪੋ ਆਪਣੀ ਬਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ ਫਰੀਦਾ ਜਿਸ ਘਰ ਮੌਜਾਂ ਮਾਣੀਆਂ ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦਿੰਦੇ ਰਾਤ ਰੀਤਾ ਬੁਲਬੁਲ ਪਾਣੀ ਦਾ ਇਹ ਤੇਰੀ ਔਕਾਤ ਜਿਸ ਘਰ ਮੌਜਾਂ ਮਾਣੀਆਂ ਰਹਿਣ ਨਹੀਂ ਦਿੰਦੇ ਰਾਤ ਦੁਨੀਆ ਵਿੱਚ ਰੱਖ ਫਰੀਦਾ ਐਸਾ ਬੈਣ ਖਲੋ ਕੋਲ ਹੋਈਏ ਤਾਂ ਹੱਸਣ ਲੋਕੀ ਜੇ ਤੁਰ ਜਾਈਏ ਤਾਂ ਰੋਣ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ ਬਹੁ ਨਾਨਕ ਤੇਰ ਕਸ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਸਾਕੀ ਕੀਜੀਐ ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ
ਨਾ ਬੰਦੈ ਤੀਰ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਜਿਹੜੇ ਰਾਹੇ ਰਾਹੀ ਜਾਂਦੇ ਤੂੰ ਵੀ ਤੁਰ ਜਾਏਂਗਾ। ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਜਾਣਾ। ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਪੈਣਾ। ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਹਾਂ ਤੂੰ ਵੀ ਤੁਰ ਜਾਏਂਗਾ। ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਉਹ ਤੂੰ ਵੀ ਤੁਰ ਜਾਏਂਗਾ। ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਤੂੰ ਵੀ ਤੁਰ ਜਾਏਂਗਾ। ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਤੂੰ ਵੀ ਤੁਰ ਜਾਏਂਗਾ। ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਤੂੰ ਵੀ ਤੁਰ ਜਾਏਂਗਾ। ਪਿਆਰੇ ਤੂੰ ਵੀ ਤੁਰ ਜਾਏਂਗਾ। ਹਾਂ ਤੂੰ ਵੀ ਤੁਰ ਜਾਣਾ। ਤੂੰ ਵੀ ਤੁਰ ਜਾਏਂਗਾ। ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਤੂੰ ਵੀ ਤੁਰ ਜਾਏਂਗਾ। ਤੂੰ ਵੀ ਤੁਰ ਜਾਏਂਗਾ। ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਤੂੰ ਵੀ ਤੁਰ ਜਾਏਂਗਾ। ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਤੂੰ ਵੀ ਤੁਰ ਪੈਣਾ। ਇੱਕ ਦਿਨ ਤੂੰ ਵੀ ਤੁਰ ਪੈਣਾ। ਓ ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਜਿਹੜੇ ਰਾਹੇ ਰਾਹੀ ਜਾਂਦੇ, ਜਿਹੜੇ ਰਾਹੇ ਰਾਹੀ ਜਾਂਦੇ, ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਜਿਹੜੇ ਰਾਹੇ ਰਾਹੀ ਜਾਂਦੇ, ਤੂੰ ਵੀ ਤੁਰ ਜਾਏਂਗਾ। ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਜਾਏਂਗਾ। ਹਾਂਜੀ ਰਾਮ ਗਇਓ ਰਾਵਣ ਗਇਓ। ਜਾਗੋ ਮੋ ਪਰਵਾਰ। ਔਰ ਨਾਨਕ ਤੇਰੇ ਕਾਜ ਨਹੀਂ ਸੁਪਨੇ ਜੋ ਸੰਸਾਰ। ਚਿੰਤਾ ਤਾਂ ਕੀ ਕੀਜੀਐ। ਜੋ ਅਨਹੋਣੀ ਹੋਏ। ਇਹੋ ਮਾਰਗ ਸੰਸਾਰ ਕੋ। ਨਾਨਕ ਦਿਲ ਨਹੀਂ ਕੋਏ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਾਂ ਸਾਰੇ ਜਾਣੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਾਰੇ ਸੱਜਣ ਮਿੱਤਰ, ਸਾਰੇ ਰਿਸ਼ਤੇਦਾਰ, ਸਤਿਕਾਰਯੋਗ ਭਾਈ ਗੁਰਦੀਪ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹਾਂ। ਕੋਈ ਵੀ ਬੇਨਤੀ ਆਰੰਭ ਕਰਨ ਤੋਂ ਪਹਿਲਾਂ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਹੈ, ਜਿੰਨੇ ਵੀ ਆਪ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹੋ, ਹਾਜ਼ਰੀਆਂ ਭਰ ਰਹੇ ਹੋ, ਸਾਰੇ ਜਾਣੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਨਾਅਰਾ ਆਓ ਆਪਾਂ ਸਾਰੇ ਜਾਣੇ ਰਲ ਮਿਲ ਕੇ ਬੁਲੰਦ ਕਰੀਏ। ਸਾਰੀਆਂ ਸੰਗਤਾਂ ਆਪੋ ਆਪਣੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲਗਵਾਓ। ਦਾਸਾਂ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲੱਗ ਜਾਵੇ।
ਅਦਬ ਸਹਿਤ ਸਾਰੀ ਸੰਗਤ ਹੱਥ ਜੋੜ ਕੇ ਸੀਸ ਨਵਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਗੁਰਦੀਪ ਸਿੰਘ ਜੀ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਪੁਰਖ ਜੀ ਦੇ ਭਾਣੇ ਅਨੁਸਾਰ ਆਪਾਂ ਸਾਰਿਆਂ ਨੂੰ ਸਦੀਵੀ ਮਸ਼ੂੜਾ ਦੇ ਗਏ। ਪਿੱਛੇ ਉਹਨਾਂ ਦੇ ਸਾਰੇ ਪਰਿਵਾਰ ਨੇ, ਸਕੇ ਸੰਬੰਧੀਆਂ ਨੇ, ਸੱਜਣਾ ਮਿੱਤਰਾਂ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ। ਹੱਥ ਜੋੜ ਕੇ ਇੱਕ ਬੇਨਤੀ ਹੈ ਮੇਰੀ, ਮੈਂ ਚਾਹੁੰਦਾ ਨਹੀਂ ਸੀ ਗੱਲ ਕਹਾਂ ਪਰ ਕਹਿਣੀ ਪੈਣੀ ਹੈ ਵੀ ਇੱਕ ਤਾਂ ਹਿਲਜੁਲ ਬਹੁਤ ਹੋਈ ਜਾਂਦੀ ਹੈ, ਇੱਕ ਤਾਂ ਚੁੱਪ ਦਾ ਦਾਨ ਬਖਸ਼ੋ, ਟਿਕਾ ਬਣਾ ਕੇ ਬੈਠੋ। ਦੂਜੀ ਗੱਲ ਆ ਬੱਚਿਆਂ ਦਾ ਕੰਟਰੋਲ ਕਰਕੇ ਬੈਠੋ। ਇਹ ਤੁਹਾਡੇ ਬੱਚੇ ਆ, ਤੁਸੀਂ ਟਿਕਾਉਣੇ, ਅਸੀਂ ਨਹੀਂ ਟਿਕਾਉਣੇ। ਜੇ ਕਿਸੇ ਪ੍ਰਬੰਧਕ ਨੇ ਜਾਂ ਪਰਿਵਾਰ ਵਾਲੇ ਨੇ ਬੱਚਿਆਂ ਨੂੰ ਕੁਝ ਕਿਹਾ ਫਿਰ ਮਾਂ ਪਿਓ ਇਤਰਾਜ਼ ਕਰਦੇ ਆ ਵੀ ਸਾਡੇ ਬੱਚੇ ਨੂੰ ਦਬਕਾ ਮਾਰਿਆ। ਇਹ ਤੋਂ ਬਿਹਤਰ ਗੱਲ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਆਪ ਹੀ ਬਿਠਾ ਲਓ। ਇੱਕ ਤਾਂ ਇਹਨਾਂ ਦਾ ਕੰਟਰੋਲ ਕਰ ਲਓ, ਔਰ ਦੂਜੀ ਗੱਲ ਹੈਗੀ ਹੈ ਵੀ ਆਪੋ ਆਪਣੇ ਮੋਬਾਈਲਾਂ ਨੂੰ ਸਾਇਲੈਂਟ ਕਰਕੇ ਬੈਠਿਓ। ਜਿੰਨੀਆਂ ਬੀਬੀਆਂ ਮੱਥਾ ਟੇਕਣ ਆਉਂਦੀਆਂ ਨੇ ਮੱਥਾ ਟੇਕ ਕੇ ਕੋਸ਼ਿਸ਼ ਕਰੋ ਵੀ ਜਿੱਥੇ ਦਰਬਾਰ ਸਾਹਿਬ ਦੇ ਵਿੱਚ ਥਾਂ ਇੱਥੇ ਬਹਿ ਜਾਓ। ਜਿਨ੍ਹਾਂ ਜਲ ਪਾਣੀ ਨਹੀਂ ਛਕਿਆ ਉਹ ਛਕ ਲਓ, ਤੇ ਛਕਣ ਤੋਂ ਬਾਅਦ ਵਿੱਚ ਜਿੱਥੇ ਵੀ ਥਾਂ ਮਿਲਦੀ ਹੈ ਦਰਬਾਰ ਸਾਹਿਬ ਦੇ ਅੰਦਰ ਇੱਥੇ ਵੀ ਬੈਠਣ ਦੀ ਖੇਚਲ ਕਰੋ। ਜਦੋਂ ਦਰਬਾਰ ਸਾਹਿਬ ਵਿੱਚ ਸੰਗਤਾਂ ਦਾ ਇਕੱਠ ਹੋ ਜਾਏਗਾ, ਪੰਡਾਲ ਭਰ ਜਾਏਗਾ, ਫਿਰ ਜਿੰਨੀ ਸੰਗਤ ਵੱਧ ਹੋਏਗੀ ਉਹ ਬਾਹਰ ਬੈਠ ਜਾਏਗੀ। ਜਿੰਨਾ ਸਮਾਂ ਤੁਸੀਂ ਟਿਕਾ ਨਹੀਂ ਬਣਾ ਕੇ ਬੈਠੋਗੇ ਮੈਂ ਤੁਹਾਨੂੰ ਕੁਝ ਨਹੀਂ ਸੁਣਾ ਸਕਦਾ। ਇੱਕ ਆਪੋ ਆਪਣੇ ਪਿੰਡਾਂ ਦਾ ਹਿਸਾਬ ਕਿਤਾਬ ਹੁੰਦਾ ਜੀ, ਚਲੋ ਮੈਂ ਤੁਹਾਨੂੰ ਟੋਕਦਾ ਨਹੀਂ, ਪਰ ਜਿਹੜੀ ਮਰਿਆਦਾ ਗੁਰੂ ਘਰ ਦੀ ਉਹ ਇਹ ਹੈ ਵੀ ਜਿੱਧਰਲੇ ਪਾਸੇ ਜਥਾ ਲੱਗਣਾ ਹੋਵੇ ਭਾਈ ਉਧਰਲੇ ਪਾਸੇ ਬੈਠਦੇ ਹੁੰਦੇ ਆ। ਹੁਣ ਭਾਈ ਦੂਜੇ ਪਾਸੇ ਬੈਠੇ ਆ, ਜਿਹੜਾ ਦੂਜਾ ਪਾਸਾ ਸਾਰਾ ਖਾਲੀ, ਪੂਰੇ ਬੱਚੇ ਬੈਠੇ ਆ ਚਾਰ। ਇੱਕ ਤਾਂ ਇਹ ਨਹੀਂ ਗੱਲ ਠੀਕ ਲੱਗਦੀ। ਚਲੋ ਜਿੰਨੇ ਵੀ ਬੈਠੇ ਹੋ ਫਿਰ ਟਿਕਾ ਬਣਾ ਕੇ ਟਿਕ ਕੇ ਬਹਿ ਜਾਓ। ਪਰਿਵਾਰ ਦੇ ਮੈਂਬਰਾਂ ਨੂੰ ਬੇਨਤੀ ਹੈ ਵੀ ਤੁਸੀਂ ਕੰਟਰੋਲ ਕਰੋ ਇਹਨਾਂ ਦਾ। ਜਿੰਨੀਆਂ ਕੁ ਬੀਬੀਆਂ ਬਾਹਰ ਜਲ ਪਾਣੀ ਛਕਟੀਆਂ ਉਹਨਾਂ ਨੂੰ ਬੇਨਤੀ ਕਰੋ ਵੀ ਅੰਦਰ ਆ ਕੇ ਬੈਠਣ। ਅਸੀਂ 100 ਕਿਲੋਮੀਟਰ ਤੋਂ ਚੱਲ ਕੇ ਆਏ ਹਾਂ ਤੁਹਾਡੀ ਸੇਵਾ ਦੇ ਵਿੱਚ ਕੁਝ ਸੁਣਾਉਣ ਵਾਸਤੇ, ਤੇ ਜੇ ਸੰਗਤ ਹੀ ਨਹੀਂ ਮੂਹਰੇ ਹੋਏਗੀ, ਕੋਈ ਬੈਠਾ ਹੀ ਨਹੀਂ ਹੋਏਗਾ ਮੂਹਰੇ, ਫਿਰ ਸਾਡਾ ਸੁਣਾਇਆ ਨਾ ਸੁਣਾਇਆ ਇੱਕ ਬਰਾਬਰ ਹੀ ਹੈ। ਹੁਣ ਤਾਂ ਜਿੱਥੇ ਤੁਸੀਂ ਬਹਿ ਗਏ ਹੋ ਬਹੁਤ ਭਲੀ ਗੱਲ ਹੈ, ਪਰ ਅੱਗੇ ਤੋਂ ਥੋੜ੍ਹਾ ਜਿਹਾ ਜੇ ਹੋ ਸਕੇ ਤਾਂ, ਮੈਂ ਧੱਕੇ ਨਾਲ ਨਹੀਂ ਕਹਿੰਦਾ ਤੁਹਾਨੂੰ, ਜੇ ਹੋ ਸਕੇ ਤਾਂ ਅੱਗੇ ਵਾਸਤੇ ਜਦੋਂ ਗੁਰੂ ਘਰੇ ਆਉਣਾ ਤੇ ਜਿੱਧਰਲੀ ਸਾਈਡ ਤੁਸੀਂ ਸਾਰੇ ਭਾਈ ਬੈਠੇ ਹੋ ਇੱਧਰ ਬੀਬੀਆਂ ਬੈਠਿਆ ਕਰੋ, ਤੇ ਜਿੱਧਰ ਆ ਪਾਸਾ ਖਾਲੀ ਪਿਆ ਇੱਧਰ ਸਾਰੇ ਭਾਈ ਬੈਠਿਆ ਕਰੋ। ਇਹ ਮਰਿਆਦਾ ਅਨੁਸਾਰ ਇਹ ਗੱਲ ਬਣਦੀ ਹੈ ਵੀ ਗੁਰੂ ਸਾਹਿਬ ਜੀ ਦੇ ਸੱਜੇ ਹੱਥ ਸਾਰੇ ਭਾਈ ਬਹਿਣ ਤੇ ਖੱਬੀ ਸਾਈਡ ਸਾਰੀਆਂ ਬੀਬੀਆਂ ਬੈਠਣ। ਚਲੋ ਜਿੰਨੇ ਵੀ ਆਪ ਜੀ ਬੈਠੇ ਹੋ ਟਿਕਾ ਬਣਾ ਕੇ ਇਕਾਗਰਤਾ ਸਹਿਤ ਬੈਠਣ ਦੀ ਖੇਚਲ ਕਰੋ। ਜਿੰਨਾ ਸਮਾਂ ਆਪਣੇ ਪਾਸ ਹੈ ਲਾਹਾ ਲੈਣ ਦੀ ਕੋਸ਼ਿਸ਼ ਕਰੀਏ। ਤਕਰੀਬਨ ਆਪਾਂ 1 ਵਜੇ ਸਾਰੀ ਸਮਾਪਤੀ ਕਰ ਦੇਵਾਂਗੇ। 12ਵੀਂ ਵਾਰ ਜਾਂਦੀ ਹੋਣੀ ਹੈ ਵੀ ਜਿੰਨੇ ਸੰਗਤਾਂ ਬਾਹਰ ਜਲ ਪਾਣੀ ਛਕਦੀਆਂ ਨੇ, ਛਕ ਹਟੀਆਂ ਨੇ, ਵਿਹਲੇ ਨੇ ਬਿਲਕੁਲ, ਜਿੰਨੀਆਂ ਭੈਣਾਂ ਜਿੰਨੀਆਂ ਬੀਬੀਆਂ, ਉਹ ਕਿਰਪਾ ਕਰਕੇ ਅੰਦਰ ਆ ਕੇ ਬੈਠਣ ਦੀ ਖੇਚਲ ਕਰੋ। ਆਓ ਆਪਾਂ ਸਾਰੇ ਜਾਣੇ ਭਾਈ ਗੁਰਦੀਪ ਸਿੰਘ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਜੁੜੇ ਆ। ਸਾਰੇ ਰਲ ਮਿਲ ਕੇ ਸਾਰੇ ਸਕੇ ਸੰਬੰਧੀ ਆਪਾਂ ਅਰਦਾਸ ਬੇਨਤੀ ਕਰਾਂਗੇ। ਮਹਾਰਾਜ ਕਿਰਪਾ ਕਰਿਓ ਭਾਈ ਗੁਰਦੀਪ ਸਿੰਘ ਨੂੰ ਆਪਣੇ ਭਾਣੇ ਅਨੁਸਾਰ ਗਤੀ ਬਖਸ਼ਿਸ਼ ਕਰਿਓ। ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ, ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਆਪਣੇ ਪਰਿਵਾਰ ਦੀ ਪਾਲਣਾ ਕਰਦੇ ਹੋਏ, ਬੱਚਿਆਂ ਦੀ ਪਾਲਣਾ ਪੋਸ਼ਣਾ ਕਰਦੇ ਹੋਏ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ, ਬੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾਰੀਆਂ ਗਲਤੀਆਂ ਤੇ ਪਰਦਾ ਪਾਇਓ, ਗੁਨਾਹਾਂ ਦੀ ਮਾਫੀ ਬਖਸ਼ਿਓ ਤੇ ਭਾਈ ਗੁਰਦੀਪ ਸਿੰਘ ਨੂੰ ਆਪਣੇ ਭਾਣੇ ਅਨੁਸਾਰ ਗਤੀ ਬਖਸ਼ਿਸ਼ ਕਰਿਓ। ਰਲ ਮਿਲ ਕੇ ਸਾਰੇ ਆਪਾਂ ਅਰਦਾਸ ਕਰਨ ਵਾਸਤੇ ਆਏ ਆ। ਤੇ ਸਿਆਣੇ ਕਹਿੰਦੇ ਨੇ ਜਿਹੜਾ ਖੁਸ਼ੀ ਦਾ ਸਮਾਂ ਨਾ ਜੀ, ਖੁਸ਼ੀ ਦਾ ਸਮਾਂ
ਇਹਦੇ ਵਿੱਚ ਤਾਂ ਕਿਸੇ ਨੂੰ ਨਾਮ ਹੀ ਬੁਲਾਇਆ ਹੋਵੇ ਨਾ ਜੀ ਤਾਂ ਵੀ ਚੱਲ ਜਾਂਦਾ ਹੈ, ਕੋਈ ਨਾਮ ਵੀ ਆਵੇ ਤਾਂ ਵੀ ਚੱਲ ਜਾਂਦਾ ਹੈ। ਪੰਜਾਬੀ ਦੀ ਕਹਾਵਤ ਹੈ, ਕਹਿੰਦੇ ਖੁਸ਼ੀਆਂ ਭਾਵੇਂ ਰਹਿ ਜਾਈਏ ਪਰ ਗਮੀਆਂ ਨਹੀਂ ਰਹਿਣਾ ਚਾਹੀਦਾ ਕਦੇ। ਇੱਕ ਬੜੀ ਸੋਹਣੀ ਵਿਚਾਰ ਹੈ, ਕਹਿੰਦੇ ਬੰਦੇ ਤੇ ਖੁਸ਼ੀ ਦਾ ਸਮਾਂ ਆਵੇ ਨਾ, ਜਦੋਂ ਸੁੱਖਾਂ ਦਾ ਸਮਾਂ ਆ ਜਾਵੇ, ਸੁੱਖ ਦੇ ਸਮੇਂ ਨੂੰ ਆਪਣੇ ਸਕੇ ਸੰਬੰਧੀਆਂ ਨਾਲ ਵੰਡ ਲਓ ਤਾਂ ਸੁੱਖ ਵੱਧ ਜਾਂਦਾ ਹੈ। ਤੇ ਜਦੋਂ ਦੁੱਖ ਦਾ ਸਮਾਂ ਆ ਜਾਵੇ, ਮਾੜਾ ਸਮਾਂ ਆ ਜਾਵੇ, ਕੋਈ ਭਿਆਨਕ ਸਮਾਂ ਆ ਜਾਵੇ, ਸਾਰੇ ਸਕੇ ਸੰਬੰਧੀਆਂ ਵਿੱਚ ਬਹਿ ਕੇ ਦੁੱਖ ਵੰਡ ਲਓ ਤੇ ਦੁੱਖ ਘਟ ਜਾਂਦਾ ਹੈ। ਖੁਸ਼ੀ ਹਮੇਸ਼ਾ ਆਪਣੇ ਸਕੇ ਸੰਬੰਧੀਆਂ ਨਾਲ, ਸੱਜਣਾ ਮਿੱਤਰਾਂ ਨਾਲ ਵੱਧ ਜਾਂਦੀ ਹੈ ਤੇ ਦੁੱਖ ਘਟ ਜਾਂਦਾ ਹੈ। ਇੱਕ ਬਹੁਤ ਸੋਹਣੀ ਗੱਲ ਪੰਜਾਬੀ ਦੀ ਕਹਾਵਤ ਵਿੱਚ ਕਹਿੰਦੇ ਹੁੰਦੇ, ਕਹਿੰਦੇ ਜ਼ਿੰਦਗੀ ਦੇ ਵਿੱਚ ਬੰਦਾ ਰਹਿੰਦਾ ਹੋਇਆ ਹੱਸ ਤੇ ਭਾਵੇਂ ਬਹੁਤਿਆਂ ਨਾਲ ਲਈਦਾ ਹੈ, ਹੱਸ ਤੇ ਭਾਵੇਂ ਬਗਾਨਿਆਂ ਨਾਲ ਲਈਏ, ਬਹਿ ਕੇ ਹੱਸ ਲਈਦਾ ਹੈ, ਪਰ ਰੋਇਆ ਸਦਾ ਆਪਣਿਆਂ ਨਾਲ ਹੀ ਜਾਂਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੱਸ ਤੇ ਆਪਾਂ ਚਾਰ ਬੰਦੇ ਬਗਾਨੇ ਬੈਠੇ ਹੁਣ ਉਹਨਾਂ ਵਿੱਚ ਜਾ ਕੇ ਗੱਲਬਾਤ ਕਰਦੇ ਵੀ ਹੱਸ ਲੈਂਦੇ ਆ, ਕੋਈ ਖੁਸ਼ੀ ਦੀ ਗੱਲ ਕਰ ਲੈਂਦੇ ਆ, ਪਰ ਦੁੱਖ ਦੀ ਗੱਲ ਸਦਾ ਹੀ ਆਪਣਿਆਂ ਵਿੱਚ ਬਹਿ ਕੇ ਕਰ ਹੁੰਦੀ ਹੈ। ਸਕੇ ਸੰਬੰਧੀਆਂ ਵਿੱਚ ਬਹਿ ਕੇ ਦੁੱਖ ਰੋਇਆ ਜਾਂਦਾ ਹੈ, ਦੁੱਖ ਸਦਾ ਆਪਣਿਆਂ 'ਚ ਬਹਿ ਕੇ ਰੋ ਹੁੰਦਾ ਹੈ। ਇਸ ਕਰਕੇ ਆਪਾਂ ਸਾਰੇ ਜਾਣੇ ਭਾਈ ਗੁਰਦੀਪ ਸਿੰਘ ਦੀ ਅੰਤਮ ਅਰਦਾਸ ਦੇ ਵਿੱਚ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਏ ਆ। ਜਿਵੇਂ ਆਪਾਂ ਪੜ੍ਹ ਕੇ ਹਟੇ ਹੁਣ ਸਾਰੇ ਜਾਣੇ, ਫਰੀਦਾ ਬੁਲਬੁਲਾ ਪਾਣੀ ਦਾ ਇਹ ਤੇਰੀ ਔਕਾਤ, ਜਿਸ ਘਰ ਵਿੱਚ ਮੌਜਾਂ ਮਾਣੀਆਂ ਫਿਰ ਰਹਿਣ ਨਹੀਂ ਦਿੰਦੇ ਰਾਤ। ਜਿਹੜੇ ਘਰ ਨੂੰ ਸਾਰੀ ਉਮਰ ਮੇਰਾ ਘਰ, ਮੇਰਾ ਘਰ, ਮੇਰੇ ਬੱਚੇ, ਮੇਰਾ ਪਰਿਵਾਰ, ਮੇਰੀ ਜ਼ਮੀਨ, ਮੇਰੀ ਜਾਇਦਾਦ ਕਰਦਾ ਕਰਦਾ ਬੰਦਾ ਸੰਸਾਰ ਤੋਂ ਚਲਿਆ ਜਾਂਦਾ ਹੈ। ਜਦੋਂ ਮੌਤ ਹੋ ਜਾਂਦੀ ਹੈ, ਸਵਾਸ ਨਿਕਲ ਜਾਂਦੇ ਹਨ, ਜਿਹੜੇ ਸਾਰੇ ਘਰ ਨੂੰ ਬਣਾਉਣ ਵਾਸਤੇ ਬੰਦਾ ਆਪਣੀ ਸਾਰੀ ਉਮਰ ਗਾਲ ਦਿੰਦਾ ਹੈ, ਆਪਣੀ ਸਾਰੀ ਉਮਰ ਲਾ ਦਿੰਦਾ ਹੈ, ਉਸੇ ਘਰ ਵਿੱਚ ਫਿਰ ਇੱਕ ਰਾਤ ਰਹਿਣੀ ਨਹੀਂ ਮਿਲਦੀ। ਇੱਕ ਰਾਤ ਵੀ ਆਪਾਂ ਫਿਰ ਇਹ ਚਾਹੁੰਦੇ ਆ ਭਾਈ ਛੇਤੀ ਛੇਤੀ ਸੰਸਕਾਰ ਇਹਦਾ ਕਰ ਦਈਏ, ਤੇ ਇਸੇ ਕਰਕੇ ਮਹਾਰਾਜ ਨੇ ਆਖਿਆ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ। ਜਿਹੜੇ ਘਰ ਨੂੰ ਛੱਡ ਦੇਣਾ ਹੈ, ਜਿਹੜੇ ਪਰਿਵਾਰ ਨੂੰ ਛੱਡ ਦੇਣਾ ਹੈ, ਸਦਾ ਨਹੀਂ ਇੱਥੇ ਬੈਠੇ ਰਹਿਣਾ, ਸਦਾ ਨਹੀਂ ਇਹ ਪਰਿਵਾਰ ਦੇ ਵਿੱਚ, ਜਿਵੇਂ ਮਹਾਰਾਜ ਦੀ ਬਾਣੀ ਦਾ ਬਚਨ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਭਾਵੇਂ ਪਤਾ ਸਾਰਿਆਂ ਨੂੰ ਹੀ ਹੈ, ਪਰ ਮਹਾਰਾਜ ਕਹਿੰਦੇ ਨੇ ਜੋ ਘਰ ਛੱਡ ਗਵਾਵਣਾ, ਜਿਹੜੇ ਘਰ ਨੂੰ ਛੱਡ ਦੇਣਾ ਹੈ, ਜਿਹੜਾ ਘਰ ਕਿਸੇ ਸਮੇਂ ਗਵਾਚ ਜਾਏਗਾ, ਸੋ ਲੱਗਾ ਮਨ ਮਾਹੇ, ਉਹ ਘਰ ਦੇ ਨਾਲ ਪਿਆਰ ਪਾ ਲਿਆ ਤੇ ਜਿੱਥੇ ਜਾ ਕੇ ਰਹਿਣਾ ਸੀ, ਜਿੱਥੇ ਜਾ ਕੇ ਸਦਾ ਵਾਸਤੇ ਵਸੇਬਾ ਕਰਨਾ ਹੈ, ਜਿਹੜੇ ਘਰ ਦੇ ਵਿੱਚ ਸਦਾ ਆਪਾਂ ਨੇ ਰਹਿਣਾ ਹੈ, ਵਸਣਾ ਹੈ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ। ਮਹਾਰਾਜ ਕਹਿੰਦੇ ਉਸ ਘਰ ਦੀ ਚਿੰਤਾ ਨਹੀਂ ਕਰਦਾ, ਕਦੇ ਉਹਦੇ ਬਾਰੇ ਨਹੀਂ ਸੋਚਦਾ, ਬਸ ਐਸੇ ਗੱਲ ਵਿੱਚ ਹੀ ਫਸਿਆ। ਪੜਿਓ ਪਿਆਰ ਨਾਲ, ਨਾਲੇ ਟਿਕਾ ਬਣ ਜਾਵੇ, ਸੰਗਤ ਬੈਠ ਜਾਵੇ ਸਾਰੀ, ਨਾਲੇ ਧਾਰਨਾ ਪੜ੍ਹ ਲਈਏ। ਉਹ ਮੇਰੀ ਮੇਰੀ ਕਰਦੇ ਦਾ ਤੇਰਾ ਜਨਮ ਬੀਤ ਗਿਆ ਸਾਰਾ, ਮੇਰੀ ਕਰਦੇ ਦਾ ਤੇਰਾ ਜਨਮ ਬੀਤ ਗਿਆ ਸਾਰਾ, ਮੇਰੀ ਮੇਰੀ ਕਰਦੇ ਦਾ ਤੇਰਾ ਜਨਮ ਬੀਤ ਗਿਆ ਸਾਰਾ, ਮੇਰੀ ਮੇਰੀ ਕਰਦੇ ਦਾ ਤੇਰਾ ਜਨਮ ਬੀਤ ਗਿਆ ਸਾਰਾ, ਮੇਰੀ ਮੇਰੀ ਕਰਦੇ ਦਾ ਤੇਰਾ ਜਨਮ ਬੀਤ ਗਿਆ ਸਾਰਾ, ਮੇਰੀ ਮੇਰੀ ਕਰਦੇ ਦਾ ਤੇਰਾ ਜਨਮ ਬੀਤ ਗਿਆ ਸਾਰਾ, ਮੇਰੀ ਮੇਰੀ ਕਰਦੇ ਦਾ ਤੇਰਾ ਜਨਮ ਬੀਤ ਗਿਆ ਸਾਰਾ, ਮੇਰੀ ਕਰਦੇ ਦਾ ਤੇਰਾ ਜਨਮ ਬੀਤ ਗਿਆ ਸਾਰਾ, ਮੇਰੀ ਮੇਰੀ ਕਰਦੇ ਦਾ ਤੇਰਾ ਜਨਮ ਬੀਤ ਗਿਆ ਸਾਰਾ, ਮੇਰੀ ਮੇਰੀ ਕਰਦੇ ਦਾ ਤੇਰਾ ਜਨਮ ਬੀਤ ਗਿਆ ਸਾਰਾ, ਮੇਰੀ ਮੇਰੀ ਕਰਦੇ ਦਾ ਤੇਰਾ
ਮੇਰੀ ਮੇਰੀ ਕਰ ਦੇਦਾ ਤੇਰਾ ਜਨਮ ਬੀਤ ਗਿਆ ਸਾਰਾ ਜਨਮ ਬੀਤ ਗਿਆ ਸਾਰਾ ਤੇਰਾ ਜਨਮ ਬੀਤ ਗਿਆ ਉਹ ਜਨਮ ਬੀਤ ਗਿਆ ਸਾਰਾ ਜਨਮ ਬੀਤ ਗਿਆ ਸਾਰਾ ਉਹ ਜਨਮ ਬੀਤ ਗਿਆ ਸਾਰਾ ਜਨਮ ਬੀਤ ਗਿਆ ਸਾਰਾ ਜਨਮ ਬੀਤ ਗਿਆ ਸਾਰਾ ਤੇਰਾ ਜਨਮ ਬੀਤ ਗਿਆ ਸਾਰਾ ਹਾਂ ਜਨਮ ਬੀਤ ਗਿਆ ਸਾਰਾ ਜਨਮ ਬੀਤ ਗਿਆ ਸਾਰਾ ਤੇਰਾ ਜਨਮ ਬੀਤ ਗਿਆ ਸਾਰਾ ਜਨਮ ਬੀਤ ਗਿਆ ਸਾਰਾ ਤੇਰਾ ਜਨਮ ਬੀਤ ਗਿਆ ਸਾਰਾ ਜਨਮ ਬੀਤ ਗਿਆ ਤੇਰਾ ਜਨਮ ਬੀਤ ਗਿਆ ਸਾਰਾ ਤੇਰਾ ਜਨਮ ਬੀਤ ਗਿਆ ਸਾਰਾ ਤੇਰਾ ਜਨਮ ਬੀਤ ਗਿਆ ਸਾਰਾ ਜਨਮ ਬੀਤ ਗਿਆ ਸਾਰਾ ਉਹ ਜਨਮ ਬੀਤ ਗਿਆ ਸਾਰਾ ਤੇਰਾ ਜਨਮ ਬੀਤ ਗਿਆ ਸਾਰਾ ਤੇਰਾ ਜਨਮ ਬੀਤ ਗਿਆ ਸਾਰਾ ਜਨਮ ਬੀਤ ਗਿਆ ਸਾਰਾ ਤੇਰਾ ਜਨਮ ਬੀਤ ਗਿਆ ਸਾਰਾ ਜਨਮ ਬੀਤ ਗਿਆ ਸਾਰਾ ਮੇਰੀ ਮੇਰੀ ਕਰ ਦੇਦਾ ਤੇਰਾ ਜਨਮ ਬੀਤ ਗਿਆ ਸਾਰਾ ਵਾਹ ਮੇਰੀ ਕਰ ਦੇਦਾ ਤੇਰਾ ਜਨਮ ਬੀਤ ਗਿਆ ਸਾਰਾ ਮੇਰੀ ਮੇਰੀ ਕਰ ਦੇਦਾ ਤੇਰਾ ਜਨਮ ਬੀਤ ਗਿਆ ਸਾਰਾ ਮੇਰੀ ਮੇਰੀ ਕਰ ਦੇਦਾ ਤੇਰਾ ਜਨਮ ਬੀਤ ਗਿਆ ਸਾਰਾ ਮੇਰੀ ਮੇਰੀ ਕਰ ਦੇਦਾ ਤੇਰਾ ਜਨਮ ਬੀਤ ਗਿਆ ਸਾਰਾ ਮੇਰੀ ਮੇਰੀ ਕਰ ਦੇਦਾ ਤੇਰਾ ਜਨਮ ਬੀਤ ਗਿਆ ਸਾਰਾ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ ਉਸ ਘਰ ਦੀ ਖਬਰ ਭੁੱਲ ਗਈ ਉਹ ਟਿਕਾਣੇ ਦੀ ਖਬਰ ਭੁੱਲ ਗਈ ਉਹ ਸਮਾਂ ਭੁੱਲ ਗਿਆ ਵੀ ਜੇ ਮੈਂ ਸੰਸਾਰ ਵਿੱਚ ਆਇਆ ਕਿਸੇ ਨੇ ਮੈਨੂੰ ਭੇਜਿਆ ਹੈ। ਇਹ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਗੀਆਂ। ਹੁਣ ਬੇਨਤੀ ਹੈ ਵੀ ਥੋੜਾ ਜਿਹਾ ਟਿਕਾ ਬਣ ਗਿਆ ਤੇ ਬਣਾਈ ਰੱਖਿਓ, ਹੁਣ ਟਿਕ ਜਾਇਓ। ਇਹ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਗੀਆਂ। ਇਹ ਪੰਕਤੀਆਂ ਕਿਸੇ ਨੂੰ ਭੁੱਲੀਆਂ ਨਹੀਂ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਸੰਗਤ ਜੀ ਯਾਦ ਹੈ ਤਾਂ ਤੁਸੀਂ ਬੋਲਿਓ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕੱਲੇ ਆਵੇ ਨਾਨਕਾ ਸੱਦੇ। ਇਹ ਸਾਰਿਆਂ ਨੂੰ ਯਾਦ ਹੈ। ਜਿਹੜਾ ਬੰਦਾ ਗੁਰਬਾਣੀ ਦਾ ਪਾਠ ਕਰਦਾ ਹੈ ਭਾਵੇਂ ਨਹੀਂ ਕਰਦਾ, ਭਾਵੇਂ ਗੁਰਦੁਆਰੇ ਆਉਂਦਾ ਹੈ ਭਾਵੇਂ ਨਹੀਂ ਆਉਂਦਾ, ਪਰ ਇਹ ਦੋ ਪੰਕਤੀਆਂ ਹਰ ਇੱਕ ਦੇ ਯਾਦ ਵਿੱਚ ਨੇ। ਸਾਰੇ ਤੁਸੀਂ ਬੋਲੇ ਹੋ ਹੁਣ, ਪਰ ਮਾਫ ਕਰਿਓ ਯਾਦ ਭਾਵੇਂ ਸਾਰਿਆਂ ਨੂੰ ਨੇ, ਪਰ ਇਹਨਾਂ ਪੰਕਤੀਆਂ ਦਾ ਅਰਥ ਕਿਸੇ ਨੂੰ ਪਤਾ ਹੈ, ਸਮਝਿਆ ਕਿਸੇ ਨੇ ਹੈ। ਆਪਾਂ ਸਾਰਿਆਂ ਨੇ ਪੜਿਆ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇ। ਕਿਸੇ ਨੇ ਘੱਲਿਆ ਤੇ ਤਾਂ ਦੁਨੀਆ 'ਚ ਆਏ ਸੀ ਆਪਾਂ ਸਾਰੇ ਜਾਣੇ। ਘੱਲੇ ਆਵੇ ਨਾਨਕਾ। ਹੁਣ ਜਿਹਨੇ ਘੱਲਿਆ ਜਿਹਨੇ ਭੇਜਿਆ ਹੈ ਉਹ ਸੱਦੇਗਾ ਜ਼ਰੂਰ, ਤੇ ਜਦੋਂ ਸੱਦੇਗਾ ਉਦੋਂ ਜਿੰਨੇ ਮਰਜ਼ੀ ਬਹਾਨੇ ਲਾ ਲਿਓ, ਜੋ ਮਰਜ਼ੀ ਕਰ ਲਿਓ, ਸੱਦੇ ਉੱਠੀ ਜਾਹੇ, ਫਿਰ ਛੱਡਦਾ ਨਹੀਂ, ਫਿਰ ਲੈ ਕੇ ਜਾਏਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਛਾ, ਇਹ ਹੁਣ ਸਾਰਿਆਂ ਨੂੰ ਯਾਦ ਹੈ। ਆਪਾਂ ਨੂੰ ਯਾਦ ਹੋਣ ਦੇ ਬਾਵਜੂਦ ਵੀ ਬੰਦਾ ਆਪਣੀ ਮੌਤ ਨੂੰ ਭੁੱਲਿਆ ਬੈਠਾ। ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ, ਮੇਰੇ ਆਪਣੇ ਮਨ ਵਿੱਚ ਵੀ ਇਹ ਗੱਲ ਚੱਲਦੀ ਹੁੰਦੀ ਹੈ। ਜਦੋਂ ਕਿਸੇ ਦੀ ਆਪਾਂ ਮੌਤ ਤੇ ਜਾਂਦੇ ਆ ਨਾ, ਸਾਰੇ ਜਾਣੇ ਕਿਸੇ ਦੇ ਸੰਸਕਾਰ ਤੇ ਜਦੋਂ ਆਪਾਂ ਜਾਂਦੇ ਆ, ਉਦੋਂ ਸਾਰੇ ਏਦਾਂ ਰੱਬ ਦਾ ਰੂਪ ਬਣ ਕੇ ਬੈਠਦੇ ਆ, ਰੱਬ ਦੇ ਸੰਤ ਬਣ ਕੇ ਬੈਠਦੇ ਆ ਵੀ ਮੌਤ ਜੇ ਯਾਦ ਹੈ ਤਾਂ ਮੈਨੂੰ ਯਾਦ, ਹੋਰ ਕਿਸੇ ਨੂੰ ਯਾਦ ਹੀ ਨਹੀਂ ਹੈ। ਹਰ ਇੱਕ ਬੰਦਾ ਜਾਣ ਸਾਰ ਇਹ ਕਹਿੰਦਾ ਜੀ ਸਾਰਿਆਂ ਨੇ ਚਲੇ ਜਾਣਾ ਹੈ, ਇੱਕ ਨਾ ਇੱਕ ਦਿਨ ਤਾਂ ਸਭ ਨੂੰ ਜਾਣਾ ਪਏਗਾ, ਮੌਤ ਸਿਰ ਤੇ ਖੜੀ ਹੈ, ਪਤਾ ਨਹੀਂ ਕਦੋਂ ਆ ਜਾਵੇ। ਸਾਰੇ ਆਪਾਂ ਏਦਾਂ ਦੀਆਂ ਗੱਲਾਂ ਕਰਦੇ ਆ। ਤੇ ਜਦੋਂ ਮਰਗ ਵਾਲੇ ਘਰੋਂ ਨਿਕਲ ਆਈਦਾ, ਵਾਪਸ ਗੇਟ ਤੇ ਆ ਜਾਈਦਾ, ਗੇਟ ਤੇ ਆਉਂਦਿਆਂ ਆਉਂਦਿਆਂ ਆਪਦੀ ਮੌਤ ਫਿਰ ਭੁੱਲ ਜਾਂਦੀ ਹੈ। ਮਾਰੇ ਦੀ ਬਾਣੀ ਤਾਂ ਇਹ ਕਹਿੰਦੀ ਹੈ, ਪਰ ਉਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ।
ਇਹ ਨਾ ਸੋਚ ਜੇ ਤੇਰੀ ਫਸਲ ਬੀਜੀ ਹੋਈ ਹੈ, ਨਾਲ ਦੀ ਫਸਲ ਵਿੱਚ ਕਾਂ ਗਿਆਰੀ ਆ ਗਈ, ਤੇਰੀ ਫਸਲ 'ਚ ਨਹੀਂ ਆਏਗੀ, ਤੇਰੀ ਵਿੱਚ ਵੀ ਆਏਗੀ ਜ਼ਰੂਰ। ਜੇ ਨਾਲ ਦੀ ਫਸਲ ਵਿੱਚ ਗੁੱਲੀ ਡੰਡਾ ਉੱਗਿਆ ਹੋਇਆ ਤਾਂ ਇਹ ਨਾ ਸੋਚੀ ਮੇਰੀ 'ਚ ਨਹੀਂ ਆਏਗਾ, ਤੇਰੀ ਫਸਲ ਵਿੱਚ ਵੀ ਆਏਗਾ ਜ਼ਰੂਰ ਉਹ। ਜੇ ਨਾਲ ਦੇ ਘਰੇ ਦੁੱਖ ਦਾ ਸਮਾਂ ਆ ਗਿਆ, ਨਾਲ ਦੇ ਘਰੇ ਮੌਤ ਦਾ ਸਮਾਂ ਕੋਈ ਜੀ ਚਲਿਆ ਗਿਆ ਤਾਂ ਇਹ ਨਾ ਸੋਚੀ ਉਹਨੇ ਹੀ ਜਾਣਾ, ਇਹ ਵੀ ਸੋਚੀ ਪਤਾ ਨਹੀਂ ਅਗਲੀ ਵਾਰੀ ਮੇਰੀ ਹੋਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਪਤਾ ਹੈ। ਬੰਦਾ ਸਾਰੀ ਉਮਰ ਆਪਣੀ ਇਸੇ ਪੱਖ ਵਿੱਚ ਲੰਘਾ ਦਿੰਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਬਹੁਤ ਸੋਹਣਾ ਬਚਨ ਕਰਦੇ ਹੁੰਦੇ ਸੀ, ਮੈਂ ਬਹੁਤ ਥਾਵਾਂ ਤੇ ਸੁਣਾਇਆ। ਗਿਆਨੀ ਜੀ ਨੇ ਕਹਿਣਾ, ਬੰਦਾ ਜਦੋਂ ਮਾੜਾ ਕੰਮ ਕਰਦਾ ਹੈ, ਜਦੋਂ ਕੋਈ ਚੰਗਾ ਕੰਮ ਕਰਦਾ ਹੈ, ਦਾਨ ਪੁੰਨ ਦਾ ਕੰਮ ਕਰਦਾ ਹੈ, ਬਾਣੀ ਪੜ੍ਹਦਾ ਹੈ, ਗੁਰਦੁਆਰੇ ਜਾਂਦਾ ਹੈ, ਉਦੋਂ ਕਹਿੰਦਾ ਰੱਬ ਮੈਨੂੰ ਦੇਖਦਾ ਹੈ। ਤੇ ਜਦੋਂ ਕੋਈ ਮਾੜਾ ਕੰਮ ਕਰਦਾ, ਚੁਗਲੀ ਕਰਦਾ ਹੈ, ਨਿੰਦਿਆ ਕਰਦਾ ਹੈ, ਕਿਸੇ ਦੇ ਹੱਕ ਵਿੱਚ ਝੂਠੀ ਗਵਾਹੀ ਦਿੰਦਾ, ਕਿਸੇ ਦੇ ਖਿਲਾਫ ਝੂਠੀ ਗਵਾਹੀ ਦਿੰਦਾ ਹੈ, ਉਦੋਂ ਕਹਿੰਦਾ ਰੱਬ ਮੈਨੂੰ ਦੇਖਦਾ ਨਹੀਂ। ਇਹ ਸੁਭਾਅ ਹੈ ਬੰਦੇ ਦਾ। ਚੰਗਾ ਕੰਮ ਕਰਦਾ ਤੇ ਰੱਬ ਮੈਨੂੰ ਦੇਖ ਰਿਹਾ, ਮੈਨੂੰ ਇਹਦਾ ਫਲ ਦੇਵੇ। ਜੇ ਮਾੜਾ ਕੰਮ ਕਰਦਾ ਤਾਂ ਰੱਬ ਮੈਨੂੰ ਦੇਖ ਨਹੀਂ ਰਿਹਾ। ਪਰ ਯਾਦ ਰੱਖਿਓ, ਉਹ ਤਾਂ ਮਹਾਰਾਜ ਦੀ ਬਾਣੀ ਦਾ ਬਚਨ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਉਹ ਤੇ ਸਾਰਿਆਂ ਥਾਵਾਂ ਤੇ ਬੈਠਾ ਦੇਖ ਰਿਹਾ। ਤੇ ਯਾਦ ਰੱਖਿਓ ਭਾਈ, ਜਿੱਦਣ ਆਪਾਂ ਸਾਰਿਆਂ ਨੇ ਦੋ ਗੱਲਾਂ ਚੇਤੇ ਰੱਖਦੀਆਂ ਨਾ ਜੀ, ਜਿੰਨੇ ਆਪਾਂ ਬੈਠੇ ਆ, ਚਾਹੇ ਤੁਸੀਂ ਹੋ ਚਾਹੇ ਮੈਂ ਆਪਣੇ ਜਥੇ ਸਮੇਤ ਬੈਠਾ ਇੱਥੇ, ਮੈਂ ਕੱਲਾ ਤੁਹਾਨੂੰ ਨਹੀਂ ਇਹ ਗੱਲ ਕਹਿ ਰਿਹਾ, ਅਸੀਂ ਵੀ ਉਸੇ ਲਿਸਟ ਵਿੱਚ ਹੀ ਆਉਨੇ। ਮੌਤ ਸਾਨੂੰ ਵੀ ਭੁੱਲੀ ਹੋਈ ਹੈ। ਜਿੱਦਣ ਆਪਾਂ ਸਾਰਿਆਂ ਨੂੰ ਦੋ ਗੱਲਾਂ ਚੇਤੇ ਆ ਗਈਆਂ ਨਾ ਜੀ, ਇੱਕ ਤਾਂ ਬੰਦੇ ਨੂੰ ਆਪਣੀ ਮੌਤ ਚੇਤੇ ਆ ਗਈ, ਰਹਿ ਗਈ ਕਿ ਮੈਂ ਮਰਨਾ, ਸੰਸਾਰ ਤੋਂ ਜਾਣਾ ਹੈ, ਤੇ ਦੂਜਾ ਵੀ ਮੈਂ ਪ੍ਰਮਾਤਮਾ ਨੂੰ ਜਾ ਕੇ ਲੇਖਾ ਦੇਣਾ ਹੈ। ਉਦੋਂ ਸੰਸਾਰ ਵਿੱਚੋਂ ਗੁਨਾਹ ਖਤਮ ਨਹੀਂ ਕਰਨੇ ਪੈਣਗੇ, ਆਪਣੇ ਆਪ ਹੋ ਜਾਣਗੇ। ਉਦੋਂ ਦੁਨੀਆ ਵਿੱਚੋਂ ਪਾਪ ਖਤਮ ਕਰਨੇ ਨਹੀਂ ਪੈਣਗੇ, ਮਾੜੇ ਕਰਮ ਖਤਮ ਨਹੀਂ ਕਰਨੇ ਪੈਣਗੇ। ਲੋਕਾਂ ਨੂੰ ਕਹਿਣਾ ਨਹੀਂ ਪਏਗਾ ਝੂਠ ਨਾ ਬੋਲੋ, ਨਿੰਦਿਆ ਨਾ ਕਰੋ, ਚੁਗਲੀ ਨਾ ਕਰੋ, ਝੂਠੀਆਂ ਗਵਾਹੀਆਂ ਨਾ ਦਿਓ, ਕਿਸੇ ਦਾ ਹੱਕ ਨਾ ਮਾਰੋ। ਜਦੋਂ ਮੌਤ ਯਾਦ ਆ ਗਈ ਨਾ ਜੀ, ਉਦੋਂ ਆਪਣੇ ਆਪ ਇਹ ਸਾਰੇ ਗੁਨਾਹ ਟਲ ਜਾਣਗੇ। ਯਾਦ ਰੱਖਿਓ, ਬੰਦਾ ਆਪਣੀ ਮੌਤ ਭੁੱਲਿਆ ਕਰਕੇ ਹੀ ਹੈ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿਨੀ ਤੂੰ ਜਣਿਓ ਇਹ, ਤੈ ਪਾਸੋਂ ਹੋਏ ਲੱਦ ਗਏ, ਤੂੰ ਅਜੇ ਨਾ ਪਤੀਣੋ ਇਹ। ਮਾਰੇ ਕਹਿੰਦੇ ਜਿਨ੍ਹਾਂ ਨੇ ਜੰਮਿਆ ਸੀ, ਜਿਨ੍ਹਾਂ ਨੇ ਪੈਦਾ ਕੀਤਾ ਸੀ, ਸੰਸਾਰ ਵਿੱਚ ਲੈ ਕੇ ਆਈ ਸੀ, ਜੇ ਉਹ ਚਲੇ ਗਏ ਤਾਂ ਰਹਿੰਦਾ ਤੂੰ ਵੀ ਨਹੀਂ। ਫਿਰ ਲੋ ਪੜਿਓ ਪਿਆਰ ਨਾਲ ਸਾਰੇ ਗੱਜ ਕੇ ਭਾਈ ਵੀਡੀਓ ਟਿਕਾ ਬਣਾ ਲਓ, ਗੱਲਾਂ ਬਾਅਦ ਚ ਕਰ ਲਿਓ, ਧਾਰਨਾ ਚ ਬੋਲਿਓ ਸਾਰੀਆਂ ਜਾਣੀਆਂ ਹੁਣ ਗੱਜ ਕੇ। ਆਪਣਾ ਸਮਾਂ ਸਫਲਾ ਕਰਿਓ, ਪਹਿਲਾਂ ਦਾਸ ਬੋਲੇਗਾ, ਫਿਰ ਸਾਰੇ ਭਾਈ ਬੋਲਿਓ, ਤੇ ਤੀਜੇ ਹਿੱਸੇ ਵਿੱਚ ਸਾਰੀਆਂ ਬੀਬੀਆਂ ਵੀ ਗੱਜ ਵੱਜ ਕੇ ਧਾਰਨਾ ਪੜਿਓ। ਜੀ ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ। ਪੜੋ ਭੈਣੋ, ਕਿੱਥੇ ਤੁਰ ਗਏ ਮਾਪੇ ਜਿਹੜੇ, ਪੜੋ ਪੜੋ ਸੰਗੋ ਨਾ ਪੜੋ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ, ਜੀ ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ। ਹਾਂ ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲੜਾਉਂਦੇ ਸੀ, ਹਾਂਜੀ ਲਾਡ ਲੜਾਉਂਦੇ ਸੀ, ਲਾਡ ਲੜਾਉਂਦੇ, ਉਹ ਲਾਡ ਲੜਾਉਂਦੇ ਸੀ, ਲਾਡ ਲੜਾਉਂਦੇ ਸੀ, ਉਹ ਲਾਡ ਲੜਾਉਂਦੇ ਸੀ, ਲਾਡ ਲੜਾਉਂਦੇ ਸੀ, ਆ ਲਾਡ ਲੜਾਉਂਦੇ ਸੀ, ਜੋ ਲਾਡ ਲੜਾਉਂਦੇ ਸੀ। ਪੜੋ।
ਲਾਡ ਲਡਾਉਂਦੇ ਸੀ। ਹਾਂਜੀ ਕਿੱਥੇ ਤੁਰ ਗਏ ਮਾਪੇ ਤੇਰੇ, ਕਿੱਥੇ ਤੁਰ ਗਏ ਮਾਪੇ ਤੇਰੇ ਲਾਡ, ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ। ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ। ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ। ਭੈਣਾਂ ਬੋਲੋ ਕਿੱਥੇ ਤੁਰ ਗਏ ਮਾਪੇ। ਹਾਂ ਹਾਂ ਜੀ ਕਿੱਥੇ ਤੁਰ ਗਏ ਮਾਪੇ ਜਿਹੜੇ ਲਾਡ ਲਡਾਉਂਦੇ ਸੀ। ਬੀਤਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣਿਓ, ਜਿਹੜੇ ਸੰਸਾਰ ਵਿੱਚ ਲੈ ਕੇ ਆਏ ਸੀ ਤੈਨੂੰ, ਜਿਨ੍ਹਾਂ ਨੇ ਜੰਮਿਆ ਸੀ ਪੈਦਾ ਕੀਤਾ ਸੀ, ਉਹ ਕਿੱਥੇ ਚਲੇ ਗਏ। ਜੇ ਉਹ ਨਹੀਂ ਰਹੇ ਤਾਂ ਰਹਿਣਾ ਤੂੰ ਵੀ ਨਹੀਂ। ਇਸ ਗੱਲ ਤੋਂ ਜੇ ਆਪਾਂ ਸਿੱਖਿਆ ਲੈ ਲਈਏ ਨਾ ਜੀ ਸਾਰੇ ਜਾਣੇ, ਵੀ ਸਾਡੇ ਦਾਦੇ ਪੜਦਾਦੇ ਚਲੇ ਗਏ, ਸਾਡੇ ਮਾਂ ਪਿਓ ਚਲੇ ਗਏ, ਜੇ ਉਹ ਜਾਂਦੇ ਨੇ ਤੇ ਜਾਣਾ ਅਸੀਂ ਵੀ ਹੈ। ਤਾਂ ਜਿਹੜੀ ਆਪਾਂ ਗੱਲ ਕਰਕੇ ਸਾਡੇ ਸਾਰੇ ਜਾਣੇ ਵੀ ਇੱਕ ਤਾਂ ਮੌਤ ਤੇ ਦੂਜਾ ਲੇਖਾ, ਇਹ ਦੋ ਗੱਲਾਂ ਨਹੀਂ ਭੁੱਲਣੀਆਂ ਚਾਹੀਦੀਆਂ, ਭੁੱਲਣਗੀਆਂ ਵੀ ਨਹੀਂ ਕਦੇ। ਆਓ ਸੱਚੇ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਸਾਨੂੰ ਸਮਝਾਓ, ਕਿਰਪਾ ਕਰੋ ਵੀ ਮੌਤ ਕੀ ਹੁੰਦੀ ਹੈ। ਸੰਗਤ ਜੀ ਇੱਧਰ ਧਿਆਨ, ਭੈਣੋ ਇੱਧਰ ਧਿਆਨ ਰੱਖਿਓ, ਮੈਂ ਪੁੱਛਣ ਲੱਗਾ ਕੁਝ, ਸੰਗਿਓ ਨਾ। ਭਾਈ ਤਾਂ ਦੂਜੇ ਪਾਸੇ ਬੈਠੇ ਹੁਣ, ਵਿੱਚ ਸੰਗਤ ਮੱਥਾ ਟੇਕਦੀ ਨਿਗਾਹ ਜਾਂਦੀ ਨਹੀਂ ਉਧਰ। ਕਦੇ ਮਨ ਵਿੱਚ ਸਵਾਲ ਨਹੀਂ ਤੁਹਾਡੇ ਕਿਸੇ ਦੇ ਵੀ ਆਇਆ ਮੌਤ ਕੀ ਹੁੰਦੀ ਹੈ? ਕਿੱਥੇ ਆਏ ਹੋ ਅੱਜ ਸਾਰੇ? ਆਪਾਂ ਮੌਤ ਦੀ ਅਰਦਾਸ ਤੇ ਆਏ ਆ ਨਾ ਜੀ, ਮਰਗ ਦੀ ਅਰਦਾਸ ਤੇ ਆਏ। ਕਦੇ ਮਨ ਵਿੱਚ ਗੱਲ ਆਈ ਨਹੀਂ ਕਿਸੇ ਦੇ ਵੀ, ਭਾਈਆਂ ਦੇ ਮਨ ਵਿੱਚ, ਕਿਸੇ ਦੇ ਮਨ ਵਿੱਚ ਆਈ ਨਹੀਂ ਮੌਤ ਕੀ ਹੁੰਦੀ ਹੈ? ਜਦੋਂ ਕੋਈ ਬੰਦਾ ਮਰ ਜਾਂਦਾ ਹੈ, ਸੰਸਾਰ ਤੋਂ ਚਲਿਆ ਜਾਂਦਾ, ਤੇ ਜਾਂਦਾ ਕਿੱਥੇ ਹੈ? ਅੱਛਾ ਤੁਸੀਂ ਸਾਰਿਆਂ ਨੇ ਇਹ ਗੱਲ ਤਾਂ ਸੁਣੀ ਹੋਏਗੀ ਆ, ਮੈਂ ਵੀ ਤੁਹਾਨੂੰ ਕਹਿ ਕੇ ਹਟਿਆ ਵੀ ਅੱਗੇ ਹਿਸਾਬ ਕਿਤਾਬ ਦੇਣਾ ਪਏਗਾ, ਲੇਖਾ ਦੇਣਾ ਪਏਗਾ। ਸੁਣੀ ਹੈ ਜੀ ਸਾਰਿਆਂ ਨੇ? ਬੋਲੋ ਭਾਈ, ਸ਼ੇਰੀ ਮਾਰ ਦਿਓ। ਸੁਣੀ ਹੈ ਜੀ? ਅੱਗੇ ਹਿਸਾਬ ਕਿਤਾਬ, ਮੈਂ ਅੱਗੇ ਗੱਲ ਨਹੀਂ ਸ਼ੁਰੂ ਕਰਨੀ ਜਦ ਤੱਕ ਸਿਰ ਨਹੀਂ ਮਾਰਦੇ। ਸੁਣੀ ਹੈ ਨਾ ਜੀ? ਹਾਂ, ਜੇ ਅਸੀਂ ਸਾਰਿਆਂ ਨੇ ਸੁਣਿਆ ਹੈ ਤੇ ਮਹਾਰਾਜ ਵੀ ਕਹਿੰਦੇ ਨੇ, ਚਾਰ ਗਵਾਇਆ ਹੰਡ ਕੇ ਚਾਰ ਗਵਾਇਆ, ਸਮ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ। ਜੇ ਅਸੀਂ ਇਹ ਸੁਣਿਆ ਹੈ ਵੀ ਮਹਾਰਾਜ ਲੇਖਾ ਮੰਗਦੇ ਨੇ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ। ਕਦੇ ਭੈਣੋ ਸੋਚੀ ਨਹੀਂ ਗੱਲ ਇਹ ਵੀ ਲੇਖਾ ਦੇਣਾ ਕਿਹਨੇ ਅੱਗੇ ਜਾ ਕੇ? ਜਦੋਂ ਕਿਸੇ ਦੀ ਮੌਤ ਹੁੰਦੀ ਆਪਾਂ ਸੰਸਕਾਰ ਕਰ ਦਿੰਨੇ ਆ, ਸਰੀਰ ਬੰਦੇ ਦਾ ਆਪਾਂ ਆਪਣੇ ਸਾਹਮਣੇ ਆਪਾਂ ਲੱਕੜਾਂ 'ਚ ਰੱਖ ਕੇ ਅੱਗ ਲਾ ਦਈਦੀ ਹੈ। ਕਦੇ ਨਹੀਂ ਦਿਮਾਗ 'ਚ ਆਈ ਵੀ ਉਹ ਤੇ ਇੱਥੇ ਸੜ ਗਿਆ, ਜਿਹੜਾ ਮਰ ਗਿਆ ਸੀ, ਜਿਹੜਾ ਖਤਮ ਹੋ ਗਿਆ ਸੀ, ਉੱਥੇ ਸੜ ਗਿਆ, ਇੱਥੇ ਲੇਖਾ ਕੌਣ ਦੇਗਾ ਅੱਗੇ ਜਾ ਕੇ? ਕਦੇ ਨਹੀਂ ਆਈ ਮਨ ਵਿੱਚ। ਮਾਫ ਕਰਿਓ, ਆਉਣੀ ਕਿੱਥੋਂ ਹੈ? ਅਸੀਂ ਸੋਚ ਕੇ ਇਹ ਜਾਣੇ ਵੀ ਮਰਿਆ ਹੀ ਇਹ, ਅਸੀਂ ਮਰਨਾ ਹੀ ਨਹੀਂ। ਸਤਿਨਾਮ ਸ੍ਰੀ ਵਾਹਿਗੁਰੂ। ਕਈ ਵਾਰੀ ਨਾ ਜਦੋਂ ਕਿਸੇ ਦੀ ਮੌਤ ਹੁੰਦੀ ਪਿੰਡਾਂ ਵਿੱਚ, ਆਮ ਸੁਣਦੇ ਆ ਆਪਾਂ ਗੱਲ, ਇਹ ਕਿਸੇ ਬੰਦੇ ਦੀ ਦੁਕਾਨ ਹੋਵੇ ਨਾ, ਕੋਈ ਕਰਦਾ, ਕੋਈ ਵੀ ਕੰਮ ਕਰਦਾ ਹੋਵੇ, ਉਹ ਪਤਾ ਕੀ ਕਹੇਗਾ ਆਪਣੇ ਮੁੰਡੇ ਨੂੰ ਜਾਂ ਆਪਣੇ ਭਰਾ ਨੂੰ, ਲੈ ਤੂੰ ਦੁਕਾਨੇ ਬੈਠ, ਫਲਾਨਾ ਸੌ ਦੀ ਮੌਤ ਹੋ ਗਈ ਹੈ, ਮੈਂ ਉਹਦੇ ਸੰਸਕਾਰ ਤੇ ਜਾ ਕੇ ਆ ਕੇ ਫਿਰ ਤੇਨਾਂ ਹਿਸਾਬ ਕਿਤਾਬ ਕਰਦਾ ਹੈ। ਇਹਦਾ ਮਤਲਬ ਹਜੇ ਆਸ ਹੈਗੀ ਆ ਜਿਉਣ ਦੀ। ਇਹ ਨਹੀਂ ਸੋਚਦਾ ਵੀ ਜੇ ਹੋ ਗਿਆ, ਹੋ ਸਕਦਾ ਮੈਂ ਵੀ ਮੁੜ ਕੇ ਨਾ ਆਵਾਂ। ਆਪੇ ਹੀ ਕਰਨਾ ਕੀ ਉਹ ਕੱਲ ਆਪੇ ਹੀ ਤੇ ਧਾਰੀਆ, ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਆ, ਜੋ ਆਇਆ ਸੋ ਚੱਲ ਸੋ ਚੱਲ ਸੀ। ਪਰ ਬੰਦਾ ਲੰਮੀਆਂ ਆਸਾਂ ਲਾਈ ਬੈਠਾ ਇੱਥੇ ਵੀ ਸੰਸਾਰ ਜਾਏਗਾ, ਮੈਂ ਨਹੀਂ ਜਾਣਾ। ਤੇ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਹਟਿਆ ਨਾ, ਜਦੋਂ ਸਮਾਂ ਆ ਗਿਆ, ਜਦੋਂ ਲੈਣ ਵਾਸਤੇ ਆ ਜਾਂਦਾ, ਉਹ ਜਦੋਂ ਸੁਨੇਹਾ ਉਹਦਾ ਆ ਜਾਂਦਾ ਹੈ, ਜਿਨ ਕੀ ਚੀਰੀ ਦਰ ਕਹਿ ਪਾਟੀ, ਚੀਰੀ ਕਹਿੰਦੇ ਨੇ ਚਿੱਠੀ ਨੂੰ, ਜਿਨ੍ਹਾਂ ਦੀ ਕਰਮਾਂ ਦੀ ਚਿੱਠੀ ਦਰਗਾਹ ਵਿੱਚ ਪਾੜ ਦਿੱਤੀ ਜਾਂਦੀ ਹੈ, ਖਤਮ ਕਰ ਦਿੱਤੀ ਜਾਂਦੀ ਹੈ, ਮਾਰੇ ਕਹਿੰਦੇ ਤਿੰਨਾਂ ਮਰਨਾ ਭਾਈ, ਉਹ ਫਿਰ ਸੰਸਾਰ 'ਚ ਰਹਿ ਨਹੀਂ ਸਕਦੇ। ਜਿਨ ਕੀ ਚੀਰੀ ਦਰ ਕਹਿ ਪਾਟੀ, ਤਿੰਨਾਂ ਮਰਨਾ ਭਾਈ। ਤੇ ਜਦੋਂ ਉਹ ਸੱਦਦਾ ਨਾ ਬੁਲਾ ਕੇ, ਫਿਰ ਆਪਣੇ ਜਮਦੂਤਾਂ ਨੂੰ ਭੇਜਦਾ, ਜਾਓ ਲੈ ਕੇ ਆਓ। ਤੇ ਮਹਾਰਾਜ ਦੀ ਬਾਣੀ ਦਾ ਬਚਨ ਆਪਾਂ ਸਾਰਿਆਂ ਨੂੰ ਯਾਦ ਹੋਏਗਾ, 3.5 ਮਣ ਦੇਹੁਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ, ਮਲ ਕਲ ਮੌਤ ਜਾਂ ਆਵਸੀ, ਸਭ ਦਰਵਾਜੇ ਭੰਨ, ਜਿੰਨੇ ਮਰਜੀ ਦਰਵਾਜੇ ਲਾ ਲਿਓ।
ਅੱਛਾ ਤੁਸੀਂ ਹੁਣ ਕਹੋਗੇ ਕਿ ਆਹ ਦਰਵਾਜ਼ੇ ਲੱਕੜ ਦੇ ਜਿਹੜੇ ਬਣੇ ਇਹ ਲਾ ਲਈਏ, ਨਹੀਂ। ਸੰਸਾਰ ਵਿੱਚ ਰਹਿੰਦਾ ਹੋਇਆ ਬੰਦਾ ਆਪਣੇ ਪਾਸੇ ਬੜੇ ਦਰਵਾਜ਼ੇ ਲਾਉਂਦਾ ਹੈ। ਬੰਦਾ ਆਪਣੇ ਆਸੇ ਪਾਸੇ ਮਾਇਆ ਦੇ ਦਰਵਾਜ਼ੇ ਲਾਉਂਦਾ, ਪੈਸੇ ਦੇ ਦਰਵਾਜ਼ੇ ਲਾਉਂਦਾ, ਮੈਨੂੰ ਮੌਤ ਨਾ ਆ ਜਾਵੇ। ਬੰਦਾ ਆਪਣੇ ਆਸੇ ਪਾਸੇ ਬਾਡੀਗਾਰਡਾਂ ਦੇ ਦਰਵਾਜ਼ੇ ਲਾਉਂਦਾ, ਮੈਨੂੰ ਮੌਤ ਨਾ ਆ ਜਾਵੇ। ਬੰਦਾ ਆਪਣੇ ਆਸੇ ਪਾਸੇ ਧੀਆਂ ਪੁੱਤਾਂ ਦੇ ਦਰਵਾਜ਼ੇ ਲਾਉਂਦਾ, ਮੈਨੂੰ ਮੌਤ ਨਾ ਆ ਜਾਏ। ਪਰ ਮਾਰੇ ਕਹਿੰਦੇ ਨੇ ਗੱਲ ਸੁਣ ਭਲਿਆ, ਜਿੱਦਣ ਉਹਨੇ ਗੇੜਾ ਮਾਰਿਆ ਨਾ ਜੀ, ਜਦੋਂ ਮੌਤ ਚੰਦਰੀ ਨੇ ਗੇੜਾ ਮਾਰਿਆ, ਜਿੰਨੇ ਮਰਜੀ ਬੂਹੇ ਲਾ ਲਿਓ, ਜਿੰਨਾ ਮਰਜੀ ਬਚਾ ਕਰ ਲਿਓ, ਪਰ ਜਿੱਦਣ ਉਹਦਾ ਗੇੜਾ ਵੱਜਦਾ ਨਾ, ਜਦੋਂ ਆ ਜਾਂਦੀ ਹੈ ਉਹ, ਜਦੋਂ ਮੌਤ ਚੰਦਰੀ ਨੇ ਗੇੜਾ ਮਾਰਿਆ ਜੀ, ਲੈ ਜੂ ਦਰਵਾਜ਼ੇ ਭੰਨ ਕੇ। ਮੌਤ ਚੰਦਰੀ ਨੇ ਗੇੜਾ ਲੈ ਜੂ ਦਰਵਾਜ਼ੇ ਭੰਨ ਕੇ। ਜਦੋਂ ਮੌਤ ਚੰਦਰੀ ਨੇ ਗੇੜਾ ਮਾਰਿਆ, ਲੈ ਜੂ ਦਰਵਾਜ਼ੇ ਭੰਨ ਕੇ। ਜਦੋਂ ਮੌਤ ਚੰਦਰੀ ਨੇ ਗੇੜਾ ਮਾਰਿਆ, ਲੈ ਜੂ ਦਰਵਾਜ਼ੇ ਭੰਨ ਕੇ। ਜਦੋਂ ਮੌਤ ਚੰਦਰੀ ਨੇ ਗੇੜਾ ਮਾਰਿਆ, ਲੈ ਜੂ ਦਰਵਾਜ਼ੇ ਭੰਨ ਕੇ। ਜਦੋਂ ਮੌਤ ਚੰਦਰੀ ਨੇ ਗੇੜਾ ਮਾਰਿਆ, ਲੈ ਜੂ ਦਰਵਾਜ਼ੇ ਭੰਨ ਕੇ। ਜਦੋਂ ਮੌਤ ਚੰਦਰੀ ਨੇ ਗੇੜਾ ਮਾਰਿਆ, ਲੈ ਜੂ ਦਰਵਾਜ਼ੇ ਭੰਨ ਕੇ। ਮੌਤ ਚੰਦਰੀ ਨੇ ਗੇੜਾ ਲੈ ਜੂ ਦਰਵਾਜ਼ੇ ਭੰਨ ਕੇ। ਜਦੋਂ ਮੌਤ ਚੰਦਰੀ ਨੇ ਗੇੜਾ ਮਾਰਿਆ, ਲੈ ਜੂ ਦਰਵਾਜ਼ੇ ਭੰਨ ਕੇ। ਜਦੋਂ ਮੌਤ ਚੰਦਰੀ ਨੇ ਗੇੜਾ ਮਾਰਿਆ, ਲੈ ਜੂ ਦਰਵਾਜ਼ੇ ਭੰਨ ਕੇ। ਨਾ ਬੋਲੋ। ਮੌਤ ਚੰਦਰੀ ਨੇ ਗੇੜਾ ਪੈਣਾ ਜੀ, ਲੈ ਜੂ ਭੰਨ ਕੇ। ਜਦੋਂ ਮੌਤ ਚੰਦਰੀ ਨੇ ਗੇੜਾ ਮਾਰਿਆ, ਲੈ ਜੂ ਦਰਵਾਜ਼ੇ ਭੰਨ ਕੇ। ਪਿਆਰੇ ਜੀ ਲੈ ਜੂ ਦਰਵਾਜ਼ੇ, ਵਾਹ 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 ਵਾਹ, ਲੈ ਜੂ ਦਰਵਾਜ਼ੇ ਭੰਨ ਕੇ। ਪਿਆਰੇ ਜੀ ਲੈ ਜੂ ਦਰਵਾਜ਼ੇ ਭੰਨ ਕੇ। ਵਾਹ 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 ਵਾਹ, ਲੈ ਜੂ ਦਰਵਾਜ਼ੇ ਭੰਨ ਕੇ। ਲੈ ਜੂ ਦਰਵਾਜ਼ੇ ਭੰਨ ਕੇ। ਵਾਹ 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 ਵਾਹ, ਲੈ ਜੂ ਦਰਵਾਜ਼ੇ ਭੰਨ ਕੇ। ਹਾਂਜੀ ਸਭ ਦਰਵਾਜ਼ੇ ਭੰਨ ਕੇ, ਮੌਤ ਨੇ ਆਉਣਾ, ਮੌਤ ਨੇ ਜੀ। ਸਭ ਦਰਵਾਜ਼ੇ ਭੰਨ ਕੇ, ਮੌਤ ਨੇ ਆਉਣਾ, ਮੌਤ ਨੇ ਆਉਣਾ। ਸਭ ਦਰਵਾਜ਼ੇ ਭੰਨ ਕੇ, ਮੌਤ ਨੇ ਆਉਣਾ, ਮੌਤ ਨੇ ਆਉਣਾ। ਸਭ ਦਰਵਾਜ਼ੇ ਭੰਨ ਕੇ, ਮੌਤ ਨੇ ਆਉਣਾ, ਮੌਤ ਨੇ ਆਉਣਾ। ਸਭ ਦਰਵਾਜ਼ੇ ਭੰਨ ਕੇ, ਮੌਤ ਨੇ ਆਉਣਾ, ਮੌਤ ਨੇ ਆਉਣਾ। ਸਭ ਕਦ ਮੌਤ ਜਾਂ ਆਪ ਸੀ, ਸਭ ਦਰਵਾਜ਼ੇ ਭੰਨ। ਤੇ ਜਦੋਂ ਦਰਵਾਜ਼ੇ ਲਾ ਲੋ ਚਾਹੇ ਦਰ ਗਏ ਕੰਮ ਲੋ, ਮੈਂ ਤੁਹਾਨੂੰ ਬੇਨਤੀ ਇਹ ਕਰ ਰਿਹਾ ਸੀਗਾ ਵੀ ਕਦੇ ਮਨ ਵਿੱਚ ਆਪਣੇ ਗੱਲ ਆਉਂਦੀ ਨਹੀਂ ਇਹ ਵੀ ਮੌਤ ਕੀ ਹੁੰਦੀ ਹੈ, ਬੰਦਾ ਮਰ ਕੇ ਜਾਂਦਾ ਕਿੱਥੇ ਹੈ, ਅੱਗੇ ਜਾ ਕੇ ਲੇਖਾ ਜੋਖਾ ਕੌਣ ਦਿੰਦਾ ਹੈ। ਤੁਹਾਡੇ ਇਲਾਕੇ ਦਾ ਤੇ ਮੈਨੂੰ ਪਤਾ ਨਹੀਂ, ਮੈਂ ਤੁਹਾਡੇ ਇਲਾਕੇ 'ਚ ਪਹਿਲੀ ਵਾਰੀ ਆਇਆ ਜੀ, ਪਰ ਤਕਰੀਬਨ ਹੁਣ ਆਪਾਂ ਨੂੰ ਪਤਾ ਹੀ ਆ। ਉਹ ਤੇ ਹੁਣ ਇਹ ਸੁਣਾਉਂਦੇ ਸੰਗਤ ਨੂੰ, ਕਹਿੰਦੇ ਕੋਈ ਧਰਮਰਾਜ ਨਹੀਂ ਹੁੰਦਾ, ਕੋਈ ਜਮਦੂਤ ਨਹੀਂ ਹੁੰਦੇ, ਕੋਈ ਲੇਖਾ ਜੋਖਾ ਕੁਝ ਨਹੀਂ ਹੁੰਦਾ। ਅੱਗੇ ਵਾਧੂ ਬਣਾਈਆਂ ਹੋਈਆਂ ਗੱਲਾਂ ਨੇ, ਆਪਾਂ ਕਿਸੇ ਦੀ ਨਾ ਸੁਣੀਏ, ਨਾ ਤੁਸੀਂ ਮੇਰੀ ਮੰਨੋ ਨਾ ਕਿਸੇ ਹੋਰ ਦੀ ਮੰਨੋ। ਤੁਸੀਂ ਪੁੱਛੋ ਮਾਰੇ ਨੂੰ ਸੱਚੇ ਪਾਤਸ਼ਾਹ ਹੁੰਦਾ ਹੈ, ਤੇ ਮਾਰੇ ਪਤਾ ਕੀ ਕਹਿੰਦੇ ਨੇ, ਮਾਰੇ ਤੁਸੀਂ ਕਿਰਪਾ ਕਰਕੇ ਸਮਝਾਓ। ਤੇ ਮਾਰੇ ਕਹਿੰਦੇ ਨੇ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਣੇ।
ਸੱਚੇ ਪਾਤਸ਼ਾਹ ਹੋਰ ਦੱਸੋ, ਤਸੱਲੀ ਨਹੀਂ ਹੋਈ ਸਾਡੀ, ਸਾਨੂੰ ਯਕੀਨ ਨਹੀਂ ਹੋਇਆ। ਤੇ ਮਹਾਰਾਜ ਕਹਿੰਦੇ ਨੇ ਅਗਲੀ ਪੰਕਤੀ ਸੁਣ ਲਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ। ਸੱਚੇ ਪਾਤਸ਼ਾਹ ਹਜੇ ਵੀ ਤਸੱਲੀ ਨਹੀਂ ਹੋਈ ਤੇ ਮਹਾਰਾਜ ਕਹਿੰਦੇ ਨਾਨਕ ਆਖਿਆ ਰੇ ਮਨਾ, ਸੁਣੀਏ ਸਿੱਖ ਸਹੀ ਲੇਖਾ, ਰੱਬ ਮੰਗੇਸੀਆ ਬੈਠਾ ਕੱਢ ਵਹੀ। ਉਹ ਤੇਰੇ ਕਰਮਾਂ ਦੀ ਵਹੀ ਕੱਢੀ ਬੈਠਾ ਹੈ। ਹੁਣ ਇਹ ਦੱਸੋ ਵੀ ਅੱਜ ਕੱਲ ਦੇ ਮੇਰੇ ਵਰਗਿਆਂ ਦੀ ਮੰਨਣੀ ਹੈ ਨਾ ਗੁਰੂ ਸਾਹਿਬ ਦੀ ਮੰਨਣੀ ਹੈ? ਗੁਰਬਾਣੀ ਵਿੱਚ ਝੂਠ ਤਾਂ ਨਹੀਂ ਲਿਖਿਆ ਹੋਇਆ। ਹਜੇ ਮੈਂ ਤਾਂ ਇੱਥੇ ਸਟੇਜ ਤੇ ਬਹਿ ਕੇ ਹੋ ਸਕਦਾ ਤੁਹਾਡੇ ਕੋਲ ਝੂਠ ਬੋਲ ਜਾਵਾਂ ਕਿਸੇ ਗੱਲ ਦਾ, ਪਰ ਗੁਰੂ ਕਦੇ ਝੂਠ ਨਹੀਂ ਬੋਲਦਾ ਹੁੰਦਾ, ਗੁਰਬਾਣੀ ਕਦੇ ਝੂਠ ਨਹੀਂ ਬੋਲਦੀ ਹੈ। ਜੇ ਮਹਾਰਾਜ ਕਹਿੰਦੇ ਲੇਖਾ ਜੋਖਾ ਹਿਸਾਬ ਕਿਤਾਬ ਹੁੰਦਾ ਹੈ ਅੱਗੇ, ਤਾਂ ਸਤਿਵਚਨ ਮਹਾਰਾਜ ਹੁੰਦਾ ਹੋਏਗਾ ਜ਼ਰੂਰ। ਤੁਸੀਂ ਕਹਿੰਦੇ ਹੋ ਗੁਰੂ ਕਦੇ ਝੂਠ ਨਹੀਂ ਬੋਲਦਾ। ਤੇ ਹੁਣ ਅਗਲੀ ਗੱਲ ਇਹ ਹੈ ਵੀ ਜੇ ਲੇਖਾ ਜੋਖਾ ਹੁੰਦਾ, ਜੇ ਹਿਸਾਬ ਕਿਤਾਬ ਹੁੰਦਾ, ਫਿਰ ਅੱਗੇ ਜਾ ਕੇ ਲੇਖਾ ਦਿੰਦਾ ਕੌਣ ਹੈ? ਸਿਆਣੇ ਬੈਠੇ ਹੋ ਸਾਰੇ, ਸਮਝਿਓ ਥੋੜੀ ਜਿਹੀ ਗੱਲ ਨੂੰ ਧਿਆਨ ਦੇ ਨਾਲ। ਜਦੋਂ 12 ਤਰੀਕ ਨੂੰ ਚੜ੍ਹਾਈ ਕੀਤੀ, 12 ਤਰੀਕ ਨੂੰ ਭਾਈ ਗੁਰਦੀਪ ਸਿੰਘ ਚੜ੍ਹਾਈ ਜਦੋਂ ਕੀਤੇ ਆ, ਤੁਸੀਂ ਆਪਣੇ ਹੱਥੀਂ ਜਾ ਕੇ ਸੰਸਕਾਰ ਕਰਕੇ ਆਏ ਸੀ ਨਾ ਉਹਨਾਂ ਦਾ? ਬੋਲੋ ਭਾਈ, ਸਿਰ ਮਾਰ ਦਿਓ। ਆਪਣੇ ਹੱਥੀਂ ਕਰਕੇ ਆਏ ਸੀ ਨਾ ਸੰਸਕਾਰ? ਅੱਛਾ ਵੀ ਹੁਣ ਜੇ ਸੰਸਕਾਰ ਹੋ ਗਿਆ, ਭਾਈ ਗੁਰਦੀਪ ਸਿੰਘ ਦੀ ਦੇਹ ਸੜ ਗਈ, ਉੱਥੇ ਆਪਾਂ ਆਪਣੇ ਹੱਥੀਂ ਫੁੱਲ ਪਾਏ ਕੀਰਤਪੁਰ ਸਾਹਿਬ ਜਾ ਕੇ, ਜਿੱਥੇ ਮਰਜ਼ੀ ਪਾਏ, ਤੇ ਫਿਰ ਆਪਾਂ ਅਰਦਾਸ ਕਾਹਦੀ ਲੱਗੇ ਅੱਜ ਕਰਨ ਵੀ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ? ਉਹ ਤਾਂ ਇੱਥੇ ਸੜ ਗਿਆ। ਹੁਣ ਮਨ ਵਿੱਚ ਇਹ ਗੱਲ ਆਏਗੀ ਜੀ ਅੱਗੇ ਜਾ ਕੇ ਆਤਮਾ ਲੇਖਾ ਦਿੰਦੀ ਹੈ, ਰੂਹ ਬੰਦੇ ਦੀ ਲੇਖਾ ਦਿੰਦੀ ਹੈ। ਨਹੀਂ, ਇਹ ਵੀ ਗੱਲ ਝੂਠੀ ਹੈ। ਸੱਚੇ ਪਾਤਸ਼ਾਹ ਨੂੰ ਪੁੱਛੋ, ਮਹਾਰਾਜ ਅੱਗੇ ਲੇਖਾ ਜੋਖਾ ਬੰਦੇ ਦੀ ਆਤਮਾ ਦਿੰਦੀ ਹੈ, ਤੇ ਮਹਾਰਾਜ ਕਹਿੰਦੇ ਆਤਮਾ ਨਾ ਜੰਮਦੀ ਹੈ ਤੇ ਨਾ ਮਰਦੀ ਹੈ। ਨਾ ਆਤਮਾ ਨੂੰ ਕੋਈ ਵੱਢ ਸਕਦਾ, ਨਾ ਕੱਟ ਸਕਦਾ, ਨਾ ਪਾਣੀ ਵਿੱਚ ਡੋਬ ਸਕਦਾ, ਨਾ ਅੱਗ ਵਿੱਚ ਸਾੜ ਸਕਦਾ ਹੈ। ਪਰਮਾਤਮਾ ਤੇ ਆਤਮਾ ਤੇ ਪਰਮਾਤਮਾ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਆਪਾਂ ਸਾਰੇ ਪਰਮਾਤਮਾ ਵਿੱਚੋਂ ਆਏ ਆ। ਜਿਹੜਾ ਮੇਰੇ ਅੰਦਰ ਬੈਠਾ ਬੋਲ ਰਿਹਾ ਹੈ ਉਹ ਕੌਣ ਹੈ? ਉਹ ਕਿਹਦੀ ਸੱਤਾ ਹੈ? ਜਿਹੜੇ ਤੁਸੀਂ ਬੈਠੇ ਸੁਣਦੇ ਹੋ, ਕਿਸੇ ਦੀ ਤਾਕਤ ਪਿੱਛੇ ਕੰਮ ਕਰਦੀ ਆ ਨਾ, ਆਤਮਾ ਦੀ ਸੱਤਾ ਹੀ ਕੰਮ ਕਰਦੀ ਹੈ। ਯਾਦ ਰੱਖਿਓ, ਸਾਰਿਆਂ ਦੇ ਕੰਮ ਆਏਗੀ ਗੱਲ, ਸਮਝਿਓ ਥੋੜਾ ਧਿਆਨ ਨਾਲ। ਬੰਦੇ ਦੇ 3 ਸਰੀਰ ਹੁੰਦੇ ਆ ਜੀ, ਜਿੰਨੇ ਵੀ ਆਪਾਂ ਬੈਠੇ ਸਾਰੇ, ਹਰ ਇੱਕ ਬੰਦੇ ਦੇ 3 ਸਰੀਰ ਹੁੰਦੇ ਆ। ਇੱਕ ਹੁੰਦਾ ਜੀ ਸਥੂਲ ਸਰੀਰ। ਸਥੂਲ ਸਰੀਰ ਕਹਿੰਦੇ ਨੇ ਜਿਹੜਾ ਦਿਸਦਾ ਹੋਵੇ, ਜਿਵੇਂ ਆਹ ਦਿਸਦਾ ਸਰੀਰ ਤੁਹਾਨੂੰ, ਤੁਸੀਂ ਮੈਨੂੰ ਦੇਖ ਰਹੇ ਹੋ, ਮੈਂ ਤੁਹਾਨੂੰ ਦੇਖ ਰਿਹਾ। ਸਥੂਲ ਸਰੀਰ ਹੁੰਦਾ ਜਿਹੜਾ ਪਕੜ ਵਿੱਚ ਆ ਸਕੇ, ਜਿਹਨੂੰ ਕੋਈ ਫੜ ਸਕੇ। ਇੱਕ ਹੁੰਦਾ ਸਥੂਲ ਸਰੀਰ, ਦੂਜਾ ਹੁੰਦਾ ਜੀ ਕਾਰਨ ਸਰੀਰ, ਵਾਹਿਗੁਰੂ ਸੂਖਮ ਸਰੀਰ, ਅੱਖਾਂ ਨਾਲ ਦਿਸਦਾ ਨਹੀਂ। ਤੇ ਤੀਜਾ ਹੁੰਦਾ ਜੀ ਕਾਰਨ ਸਰੀਰ, ਜਿਹਨੂੰ ਆਪਾਂ ਆਤਮਾ ਕਹਿੰਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆ ਕਈ ਵਾਰੀ ਆਪਾਂ ਸਾਰੇ ਪੰਕਤੀਆਂ ਪੜ੍ਹਦੇ, ਅਸੀਂ ਵੀ ਧਾਰਨਾ ਪੜ੍ਹਦੇ ਇੱਥੇ ਬੈਠੇ, ਜਾਂ ਆਪਾਂ ਕਈ ਗੱਲ ਕਹਿੰਦੇ ਹੁੰਦੇ ਨਾ ਵੀ ਭਾਈ ਆਪਣੇ ਅੰਦਰ ਨੂੰ ਸਾਫ਼ ਕਰੋ, ਪ੍ਰਮਾਤਮਾ ਤੁਹਾਡੇ ਅੰਦਰ ਹੈ, ਰੱਬ ਤੁਹਾਡੇ, ਆਪਾਂ ਕਹਿੰਦੇ ਨਾ ਸਾਰੇ ਜਾਣੇ ਵੀ ਰੱਬ ਬੰਦੇ ਦੇ, ਰੱਬ ਬੰਦੇ ਦੇ। ਅੱਛਾ ਡਾਕਟਰ ਕੋਲ ਜਾਓ, ਸਾਇੰਸ ਨੇ ਕਿੰਨੀ ਤਰੱਕੀ ਕਰ ਲਈ ਹੈ, ਉਹਨੂੰ ਕਹੋ ਡਾਕਟਰ ਸਾਹਿਬ ਮੇਰੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਦੀ ਸਕੈਨਿੰਗ ਕਰਕੇ ਰੱਬ ਲੱਭ ਕੇ ਦਿਖਾ। ਕੋਈ ਦੁਨੀਆ ਦਾ ਡਾਕਟਰ ਹੈ ਜਿਹੜਾ ਤੁਹਾਡੇ ਅੰਦਰੋਂ ਆਪਣੀ ਸਕੈਨਿੰਗ ਦੇ ਨਾਲ ਰੱਬ ਲੱਭ ਕੇ ਦਿਖਾ ਦੇਵੇ? ਉਹ ਕਹੇਗਾ ਨਹੀਂ, ਮੈਂ ਨਹੀਂ ਲੱਭ ਸਕਦਾ। ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ, ਬੰਦੇ ਦੇ ਪੈਰ ਤੋਂ ਲੈ ਕੇ ਸਿਰ ਤੱਕ ਕੱਲੀ ਕੱਲੀ ਨਾੜ ਤੁਹਾਨੂੰ ਕੱਢ ਕੇ ਰੱਖ ਦੇਣਗੇ, ਤੁਹਾਡੇ ਸਾਹਮਣੇ ਦੱਸ ਦੇਣਗੇ ਤੁਹਾਡੇ ਸਰੀਰ ਵਿੱਚ ਬਿਮਾਰੀ ਕਿੱਥੇ ਹੈ। ਅਸੀਂ ਵਾਰ-ਵਾਰ ਸੁਣਿਆ ਵੀ ਰੱਬ ਅੰਦਰ ਹੈ, ਰੱਬ ਬੰਦੇ ਦੇ ਅੰਦਰ ਹੈ, ਫਿਰ ਦਿਸਦਾ ਕਿਉਂ ਨਹੀਂ? ਉਹਨਾਂ ਐਕਸਰਿਆਂ ਦੇ ਵਿੱਚ, ਉਹਨਾਂ ਮਸ਼ੀਨਾਂ ਵਿੱਚ, ਉਹਨਾਂ ਸਕੈਨਿੰਗਾਂ ਦੇ ਵਿੱਚ ਆਉਂਦਾ ਕਿਉਂ ਨਹੀਂ? ਕਿਉਂਕਿ ਜਿਹੜੇ ਸਰੀਰ ਵਿੱਚ ਰੱਬ ਰਹਿੰਦਾ ਉਹ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸਥੂਲ ਸਰੀਰ ਹੈ, ਇਹ ਇੱਕ ਗੰਦਗੀ ਦਾ ਭਰਿਆ ਹੋਇਆ ਸਾਰਾ ਹੀ। ਪੈਰ ਤੋਂ ਲੈ ਕੇ ਸਿਰ ਤੱਕ ਬੰਦੇ ਦਾ ਕੋਈ ਸਰੀਰ ਦਾ ਹਿੱਸਾ ਦੱਸ ਦਿਓ ਜਿੱਥੇ ਗੰਦਗੀ ਨਹੀਂ ਹੈ। ਸਾਰਾ ਸਰੀਰ ਤਾਂ ਗੰਦਗੀ ਨਾਲ ਭਰਿਆ, ਤੇ ਗੰਦਗੀ ਦੇ ਭਰੇ ਹੋਏ ਸਰੀਰ ਵਿੱਚ ਰੱਬ ਕਿਵੇਂ ਰਹਿ ਸਕਦਾ ਬਈ? ਉਹ ਤੇ ਬੜਾ ਸੁੱਚਾ ਪਵਿੱਤਰ ਸਾਫ ਸੁਥਰਾ ਰਹਿੰਦਾ, ਐਸੇ ਸਰੀਰ ਵਿੱਚ ਹੀ ਹੈ। ਪਰ ਯਾਦ ਰੱਖਿਓ ਜਿਹੜੇ ਸਰੀਰ ਵਿੱਚ ਰਹਿੰਦਾ ਉਹ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ।
ਤਿੰਨ ਸਰੀਰ ਨੇ ਬੰਦੇ ਦੇ। ਇੱਕ ਆ ਸਥੂਲ ਜਿਹੜਾ ਦਿਸਦਾ, ਦੂਜਾ ਹੈਗਾ ਜੀ ਸੂਖਮ ਜਿਹੜਾ ਦਿਸਦਾ ਨਹੀਂ, ਉਹਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੈ। ਸੂਖਮ ਕਹਿੰਦੇ ਨੇ ਬਰੀਕ ਨੂੰ, ਛੋਟੇ ਨੂੰ, ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਉਹਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੈ। ਤੇ ਤੀਜਾ ਸਰੀਰ ਹੈ ਕਾਰਨ ਸਰੀਰ, ਜਿਹੜਾ ਆਪਾਂ ਸਾਰਿਆਂ ਨੂੰ ਚਲਾ ਰਿਹਾ ਹੈ। ਤੇ ਜਿਹੜਾ ਅੱਗੇ ਅਸੀਂ ਕਹਿੰਦੇ ਲੇਖਾ ਜੋਖਾ ਹੁੰਦਾ, ਹਿਸਾਬ ਕਿਤਾਬ ਹੁੰਦਾ, ਆ ਪੰਜਾਂ ਤੱਤਾਂ ਦੇ ਬਣੇ ਹੋਏ ਸਰੀਰ ਦਾ ਲੇਖਾ ਜੋਖਾ ਨਹੀਂ ਜਾ ਕੇ ਦਿੰਦਾ। ਤੇ ਆਪਾਂ ਇੱਥੇ ਸਾੜ ਦਿੰਦੇ ਆਪਣੇ ਹੱਥੀਂ, ਕੋਈ ਦਫਨਾ ਦਿੰਦਾ ਹੈ, ਕੋਈ ਸੰਸਕਾਰ ਕਰ ਦਿੰਦਾ ਹੈ, ਕੋਈ ਜਾ ਕੇ ਖੁਦ ਚੁੱਕ ਕੇ ਕੀਰਤਪੁਰ ਸਾਹਿਬ ਪਾਇਆ ਆਉਂਦਾ ਹੈ। ਅੱਗੇ ਜਾ ਕੇ ਲੇਖਾ ਜੋਖਾ ਜਿਹੜਾ ਸੂਖਮ ਸਰੀਰ ਹੈ ਉਹ ਦਿੰਦਾ ਹੈ। ਉਹਨੂੰ ਕਹਿੰਦੇ ਨੇ ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੂ ਤੇਰੇ ਕੰਮ। ਅੱਗੇ ਜਾ ਕੇ ਉਹ ਹਿਸਾਬ ਕਿਤਾਬ ਦਿੰਦਾ ਹੈ। ਚਲੋ ਸਾਡੀ ਇਹ ਗੱਲ ਤਾਂ ਕਲੀਅਰ ਹੋ ਗਈ ਸਾਰਿਆਂ ਦੀ ਵੀ ਮੌਤ ਕੀ ਹੁੰਦੀ ਹੈ। ਇੱਕ ਗੱਲ ਹੋਰ ਯਾਦ ਰੱਖਿਓ, ਮੌਤ ਆਉਂਦੀ ਕਦੋਂ ਹੈ। ਅਸੀਂ ਸਾਰੇ ਜਾਣੇ ਅੱਜ ਬੈਠੇ ਆ ਭਾਈ ਗੁਰਜੀਤ ਸਿੰਘ ਦੀ ਅੰਤਮ ਅਰਦਾਸ ਦੇ ਵਿੱਚ। ਤੇ ਜੇ ਹੁਣ ਤੁਹਾਨੂੰ ਮੈਂ ਪੁੱਛਾਂ ਵੀ ਭਾਈ ਗੁਰਜੀਤ ਸਿੰਘ ਦੀ ਮੌਤ ਕਦੋਂ ਹੋਈ, ਤੇ ਸਾਰੇ ਜਾਣੇ ਕਹਿਣਗੇ ਜੀ 12 ਤਰੀਕ ਨੂੰ। ਸਾਰੇ ਇਹੀ ਕਹਿਣਗੇ ਨਾ 12 ਤਰੀਕ ਨੂੰ। ਪਰ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ ਹੈ। ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ ਕਿ ਇੰਨੇ ਸਾਲਾਂ ਪਿੱਛੋਂ ਆ ਬੰਦੇ ਦੀ ਮੌਤ ਹੋਈ। ਯਾਦ ਰੱਖਿਓ, ਬੰਦਾ ਸੰਸਾਰ ਵਿੱਚ ਆਉਂਦਾ ਬਾਅਦ ਵਿੱਚ ਹੈ, ਜਨਮ ਬਾਅਦ ਵਿੱਚ ਲੈਂਦਾ, ਪਹਿਲਾਂ ਆਪਣਾ ਮਰਨਾ ਲਿਖਾ ਕੇ ਆਉਂਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਜੀਵਨ ਸੱਚ ਹਿਮਾਈ। ਤੇ ਜਦੋਂ ਬੰਦੇ ਦਾ ਜਨਮ ਹੁੰਦਾ ਜੀ, ਯਾਦ ਰੱਖਿਓ, ਜਦੋਂ ਕਿਸੇ ਦਾ ਜਨਮ ਕਿਸੇ ਬੱਚੇ ਦਾ ਹੁੰਦਾ ਹੈ, ਉਹ ਬੱਚਾ ਆਪਣੀ ਮਾਂ ਦਾ ਦੁੱਧ ਵੀ ਬਾਅਦ ਵਿੱਚ ਚੁੰਗਦਾ, ਪਹਿਲਾਂ ਮਰਨਾ ਸ਼ੁਰੂ ਕਰ ਦਿੰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਤੁਸੀਂ ਕਹੋਗੇ ਉਹ ਕਿਵੇਂ ਹੋ ਸਕਦੀ ਹੈ ਗੱਲ, ਵੀ ਇਦਾਂ ਕਿਦਾਂ ਹੋ ਸਕਦੀ। ਬੱਚੇ ਨੇ ਜਨਮ ਲਿਆ ਤੇ ਜਨਮ ਲੈਣ ਤੋਂ ਬਾਅਦ ਵਿੱਚ ਦੁੱਧ ਮਾਂ ਦਾ ਬਾਅਦ ਵਿੱਚ ਚੁੰਗਣਾ ਸ਼ੁਰੂ ਕੀਤਾ, ਪਹਿਲਾਂ ਮਰਨਾ ਸ਼ੁਰੂ ਕਰ ਦਿੱਤਾ। ਗੁਰਬਾਣੀ ਕੋਲੋਂ ਸਮਝੋ ਇਸ ਚੀਜ਼ ਨੂੰ। ਆਪਾਂ ਸਾਰੇ ਜਿੰਨੇ ਵੀ ਬੈਠੇ ਆ, ਕੋਈ 10 ਸਾਲ ਲੈ ਕੇ ਆਇਆ ਸੰਸਾਰ ਵਿੱਚ, ਕੋਈ 20 ਲੈ ਕੇ ਆਇਆ, ਕੋਈ 50 ਸਾਲ ਲੈ ਕੇ ਆਇਆ, ਕੋਈ 70 ਲੈ ਕੇ ਆਇਆ। ਕੋਈ ਨਾ ਕੋਈ ਆਪਾਂ ਮੋਹਲਤ ਲੈ ਕੇ ਆਏ ਨਾ ਪ੍ਰਮਾਤਮਾ ਕੋਲੋਂ। ਯਾਦ ਰੱਖਿਓ, ਬੰਦੇ ਦੀ ਮੌਤ 50 ਸਾਲ 60 ਸਾਲ 70 ਸਾਲ ਪਿੱਛੋਂ ਨਹੀਂ ਆਉਂਦੀ। ਮਰਨ ਦਾ ਕਾਰਨ ਹੁੰਦਾ ਜਦੋਂ ਬੰਦੇ ਦੇ ਵਿੱਚੋਂ ਉਹਦੇ ਸਾਹ ਨਿਕਲ ਜਾਂਦੇ ਨੇ। ਸਾਹ ਆਪਾਂ ਕਹਿੰਦੇ ਵੀ ਫਲਾਣੇ ਦੇ ਸਾਹ ਖਤਮ ਹੋ ਗਏ। ਉਦਾਹਰਣ ਨਾ ਸਮਝਿਓ, ਅਸੀਂ ਆਪਣੇ ਨਗਰ ਤੋਂ ਤੁਰੇ ਆ, ਢੱਡਿਆਂ ਤੋਂ। ਸਾਡੇ ਨਗਰ ਤੋਂ ਲੈ ਕੇ ਤੁਹਾਡੇ ਨਗਰ ਤੱਕ 100 ਕਿਲੋਮੀਟਰ ਦੀ ਵਾਟ ਬਣ ਜਾਂਦੀ ਹੈ। ਸਾਡੇ ਨਗਰ ਤੋਂ ਅਸੀਂ ਪਹਿਲਾ ਕਦਮ ਪੁੱਟਿਆ ਤੇ ਤਾਂ ਤੁਹਾਡੇ ਪਿੰਡ ਆ ਕੇ ਆਖਰੀ ਕਦਮ ਤੇ ਰੁਕੇ। ਪਹਿਲਾ ਪੈਰ ਪੁੱਟਿਆ ਫੇਰ ਆਖਰੀ ਤੇ ਰੁਕੇ ਨਾ, ਸਿੱਧੇ ਤਾਂ ਨਹੀਂ ਉੱਥੋਂ ਪਹਿਲੇ ਕਦਮ ਵਿੱਚ ਇੱਥੇ ਆ ਗਏ। ਮੰਨ ਲਓ ਕੋਈ ਬੰਦਾ 10,000 ਸਾਹ ਲੈ ਕੇ ਸੰਸਾਰ ਵਿੱਚ ਆਇਆ, ਤੇ ਜਿੱਦਾਂ ਜਿੱਦਾਂ ਬੰਦਾ ਸਾਹ ਲੈਂਦਾ, ਕੱਲਾ ਕੱਲਾ ਸਾਹ ਘਟਦਾ ਜਾਂਦਾ ਹੈ। ਜਿਵੇਂ ਜਿਵੇਂ ਸਾਹ ਘਟਦਾ ਜਾਂਦਾ, ਉਵੇਂ ਉਵੇਂ ਬੰਦੇ ਦੀ ਮੌਤ ਹੁੰਦੀ ਜਾਂਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਹਿਲੇ ਸਵਾਸ ਨੇ ਬਾਹਰ ਨਿਕਲਣਾ ਸ਼ੁਰੂ ਕੀਤਾ ਤਾਂ ਆਖਰੀ ਸਾਹ ਆਇਆ ਨਾ ਬਾਹਰ। ਜੇ ਪਹਿਲਾ ਸਵਾਸ ਨਾ ਲੈਂਦਾ ਬੰਦਾ ਤੇ ਆਖਰੀ ਸਾਹ ਕਿਵੇਂ ਲੈ ਲੈਂਦਾ? ਬੰਦੇ ਦੇ ਜੰਮਣ ਤੋਂ ਮੌਤ ਸ਼ੁਰੂ ਹੋ ਜਾਂਦੀ ਹੈ। ਤੇ ਯਾਦ ਰੱਖਿਓ, ਉਹ ਮੌਤ ਬੰਦਾ ਮਰਦਾ ਮਰਦਾ ਕਿਸੇ ਨੂੰ 10 ਸਾਲ ਲੱਗਦੇ ਨੇ, ਕਿਸੇ ਨੂੰ 20 ਲੱਗਦੇ ਨੇ, ਕਿਸੇ ਨੂੰ 50 ਲੱਗਦੇ ਨੇ, ਕਿਸੇ ਨੂੰ 70 ਲੱਗਦੇ ਨੇ। ਤੇ ਜਦੋਂ ਬੰਦੇ ਦਾ ਪਹਿਲਾ ਸਾਹ ਨਿਕਲਦਾ, ਫਿਰ ਉਸ ਤੋਂ ਬਾਅਦ ਵਿੱਚ ਹੌਲੀ ਹੌਲੀ ਆਖਰੀ ਸਾਹ ਜਦੋਂ ਆ ਜਾਂਦਾ, ਉਸ ਦਿਨ ਕਹਿੰਦੇ ਨੇ ਅੱਜ ਕੰਪਲੀਟ ਤੌਰ ਤੇ ਮਰ ਗਿਆ, ਪੂਰੀ ਤਰ੍ਹਾਂ ਮਰ ਗਿਆ। ਇਹਨੂੰ ਕਹਿੰਦੇ ਨੇ ਮੌਤ। ਤੇ ਹੋਰ ਯਾਦ ਰੱਖਿਓ, ਇੱਕ ਸਾਨੂੰ ਮੌਤ ਤੋਂ ਡਰ ਕਿੰਨਾ ਲੱਗਦਾ ਸਾਰਿਆਂ ਨੂੰ। ਜਦੋਂ ਛੋਟਾ ਜਿਹਾ ਬੱਚਾ ਜਨਮ ਲੈਂਦਾ ਆਪਣੇ ਘਰੇ, ਤੇ ਆਪਣੇ ਵੱਡੇ ਬਜ਼ੁਰਗ ਜਦੋਂ ਵੇਖਣ ਜਾਂਦੇ ਆ ਨਾ ਬੱਚੇ ਨੂੰ, ਕੋਈ ਵੀ ਹੋਵੇ, ਚਾਹੇ ਮੈਂ ਹੀ ਹੋਵਾਂ, ਜਦੋਂ ਆਪਾਂ ਜਾ ਕੇ 2-4 ਘੰਟੇ 10 ਘੰਟੇ ਦਾ ਬੱਚਾ ਜਿਹੜਾ ਜਨਮ ਜਿਹਨੇ ਲਿਆ ਹੈ ਉਹਨੂੰ ਚੁੱਕਦੇ ਆ, ਚੁੱਕਣ ਸਾਰ ਸਭ ਤੋਂ ਪਹਿਲਾਂ ਉਹਦੇ ਸਿਰ ਤੇ ਹੱਥ ਰੱਖ ਕੇ ਕੀ ਕਹਿੰਦੇ ਆ? ਲੰਮੀ ਉਮਰ ਵਾਲਾ ਹੋਵੇ। ਇਹੀ ਕਹਿੰਦੇ ਨਾ ਜੀ, ਜੁਗ ਜੁਗ ਜੀਵੇ। ਹੈਰਾਨੀ ਦੀ ਗੱਲ, ਕੋਈ ਬੰਦਾ ਬਾਂਹ ਤੋਂ ਫੜ ਕੇ ਪੁੱਛੇ ਵੀ ਹਜੇ ਜੰਮਿਆ ਹੀ ਹੋਣੇ ਆ, ਐਡੀ ਛੇਤੀ ਮਰ ਚੱਲਿਆ ਇਹ। ਯਾਦ ਰੱਖਿਓ, ਉਹ ਅਸੀਸ ਨਹੀਂ ਹੁੰਦੀ। ਉਹ ਅਸੀਸ ਦੇ ਵਿੱਚ ਵੀ ਮੌਤ ਦਾ ਡਰ ਲੁਕਿਆ ਹੁੰਦਾ ਵੀ ਛੇਤੀ ਮਰ ਨਾ ਜਾਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਉਹ ਅਸੀਸ ਜਿਹੜੀ ਆਪਾਂ ਦਿੰਨੇ ਆ ਨਾ ਸਾਰੇ ਜਾਣੇ ਵੀ ਲੰਮੀਆਂ ਉਮਰਾਂ ਵਾਲਾ ਹੋ ਵੀ ਤੂੰ ਛੋਟੇ ਜਿਹੇ ਬੱਚੇ ਨੂੰ, ਉਹ ਅਸੀਸ ਵਿੱਚ ਵੀ ਡਰ ਲੁਕਿਆ ਹੁੰਦਾ ਵੀ ਕਿਤੇ ਛੇਤੀ ਦੀ ਮੌਤ ਨਾ ਹੋਵੇ। ਆਓ ਹੁਣ ਅਗਲੀ ਗੱਲ ਸਮਝ ਕੇ ਮਹਾਰਾਜ ਕੋ ਸੱਚੇ ਪਾਤਸ਼ਾਹ, ਜੇ ਮੌਤ ਇਹ ਹੁੰਦੀ ਹੈ ਤੇ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਯਾਦ ਰੱਖਿਓ ਗੁਰਬਾਣੀ ਨੇ 3 ਤਰ੍ਹਾਂ ਦੀ ਮੌਤ ਮੰਨੀ ਹੈ। 3 ਤਰ੍ਹਾਂ ਦੀ ਮੌਤ, ਉਹ ਸਾਰਿਆਂ ਤੇ ਨਹੀਂ ਆਉਂਦੀ। ਇੱਕ ਉਹ ਮੌਤ ਹੈ ਜਿਹੜੀ ਸਾਰਿਆਂ ਤੇ ਆਏਗੀ, ਕੋਈ ਵੀ ਨਹੀਂ ਰਹੇਗਾ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਹੋਏ ਨਾ ਬੰਦਾ ਤੀਰ। ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਰਾਮ ਗਇਓ ਰਾਵਣ ਗਇਓ, ਵੱਡੇ ਵੱਡੇ ਜਿਨ੍ਹਾਂ ਦੇ ਪਰਿਵਾਰ ਸੀ ਸੰਸਾਰ ਦੇ ਵਿੱਚ, ਮਹਾਰਾਜ ਕਹਿੰਦੇ ਉਹ ਵੀ ਨਹੀਂ ਰਹੇ, ਉਹ ਵੀ ਨਹੀਂ ਰਹੇ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਅਸੀਂ ਕਹਿੰਦੇ ਆ ਸਾਡਾ ਕੋਈ ਬੱਚਾ ਧੀ ਪੁੱਤ ਹੋਏਗਾ, ਸਾਡਾ ਸੰਸਾਰ ਵਿੱਚ ਨਾ ਹੋਏਗਾ, ਲੋਕੀ ਸਾਨੂੰ ਯਾਦ ਕਰਨਗੇ। ਅਸੀਂ ਤੇ 1-2 ਬੱਚਿਆਂ ਤੇ ਇਹ ਆਸ ਲਾਈ ਬੈਠੇ ਆ, ਪਰ ਗੁਰਬਾਣੀ ਕਹਿੰਦੀ ਹੈ ਜਿਨ੍ਹਾਂ ਦਾ ਲੱਖ ਲੱਖ ਪੁੱਤਰ ਸੀ ਨਾ ਸੰਸਾਰ ਦੇ ਵਿੱਚ, ਨਾਮ ਤੇ ਅੱਜ ਕੋਈ ਉਹਨਾਂ ਦਾ ਵੀ ਲੈਣ ਵਾਲਾ ਨਹੀਂ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਉਹ ਦੀਵਾ ਬੱਤੀ ਨਾ ਬੜੇ ਘਰ ਤੇਰੇ, ਪੁੱਤਰਾਂ ਦੀ ਫੌਜ ਵਾੜਿਆ। ਬੱਤੀ ਨਾ ਬੜੇ ਵੀ ਘਰ ਤੇਰੇ, ਪੁੱਤਰਾਂ ਦੀ ਫੌਜ ਵਾੜਿਆ। ਦੀਵਾ ਬੱਤੀ ਨਾ ਬਲੇ ਦੀ ਘਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। ਦੀਵਾ ਬੱਤੀ ਨਾ ਬਲੇ ਦੀ ਘਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। ਨਾ ਬਲੇ ਕਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। ਦੀਵਾਵਤੀ ਨਾ ਬਲੇ ਕਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। ਦੀਵਾਪਤੀ ਨਾਲ ਕਰ ਤੇਰੇ, ਆਪਣੇ ਕਰ ਤੇਰੇ ਕਰ ਤੇਰੇ, ਪੁੱਤਰਾਂ ਦੀ ਫੌਜ ਵਾੜਿਆ। ਦੀਵਾਪਤੀ ਨਾਲ ਕਰ ਪੁੱਤਰਾਂ ਦੀ ਫੌਜ ਵਾੜਿਆ। ਦੀਵਾ ਬੱਤੀ ਨਾ ਬਲੇ ਘਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। ਦੀਵਾ ਬੱਤੀ ਨਾ ਬਲੇ ਘਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। ਬੱਤੀ ਨਾ ਬਲੇ ਕਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। ਦੀਵਾਵਤੀ ਨਾ ਬਲੇ ਕਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। ਉਹ ਪੁੱਤਰਾਂ ਦੀ ਜੀ ਫੌਜ ਵਾੜਿਆ। ਆ ਪੁੱਤਰਾਂ ਦੀ ਜੀ ਫੌਜ ਵਾੜਿਆ। ਹੋ ਪੁੱਤਰਾਂ ਦੀ ਜੀ ਫੌਜ ਵਾਲਿਆ। 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 ਦੀਵਾਪਤੀ ਨਾ ਬੜੇ ਜੀ ਕਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। ਦੀਵਾਪਤੀ ਨਾ ਬੜੇ ਕਰ ਤੇਰੇ, ਓਏ ਪੁੱਤਰਾਂ ਦੀ ਫੌਜ ਵਾਲਿਆ। ਦੀਵਾ ਬੱਤੀ ਨਾ ਬਲੇ ਕਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। ਦੀਵਾ ਬੱਤੀ ਨਾ ਬਲੇ ਕਰ ਤੇਰੇ, ਪੁੱਤਰਾਂ ਦੀ ਫੌਜ ਵਾਲਿਆ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਅੱਛਾ ਜੀ, ਮੈਂ ਬੇਨਤੀ ਤੁਹਾਨੂੰ ਇਹ ਲੱਗਾ ਸੀ ਕਰਨ ਵੀ 3 ਤਰ੍ਹਾਂ ਦੀ ਮੌਤ ਮੰਨੀ ਹੈ ਗੁਰਬਾਣੀ ਨੇ।
ਇੱਕ ਮੌਤ ਉਹ ਹੈ ਜਿਹੜੀ ਆਪਾਂ ਸਾਰਿਆਂ ਤੇ ਆਏਗੀ, ਕੋਈ ਵੀ ਨਹੀਂ ਰਹੇਗਾ ਇੱਥੇ। ਚਾਹੇ ਕੋਈ ਪੀਰ ਪੈਗੰਬਰ ਹੋਵੇ, ਮਹਾਪੁਰਸ਼ ਹੋਵੇ, ਅਵਤਾਰ ਹੋਵੇ, ਗੁਰੂ ਹੋਵੇ, ਚੋਰ ਹੋਵੇ, ਠੱਗ ਹੋਵੇ, ਰਾਜਾ ਹੋਵੇ, ਰੰਗ ਹੋਵੇ, ਕੋਈ ਹੋਵੇ, ਸਾਰਿਆਂ ਤੇ ਆਏਗੀ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਪੀਰ। ਇਹਨੂੰ ਕਹਿੰਦੇ ਨੇ ਸਰੀਰਕ ਮੌਤ। ਸਰੀਰ ਨੇ ਮਰ ਜਾਣਾ, ਖਤਮ ਹੋ ਜਾਣਾ। ਆਪਾਂ ਪੰਕਤੀਆਂ ਪੜ੍ਹੀਆਂ ਸੀ ਹੁਣੇ ਆਰੰਭ ਵਿੱਚ, ਜੋ ਘੜਿਆ ਸੋ ਭੱਜਣਾ, ਇੱਕ ਦਿਨ ਜੋ ਬਣਿਆ ਸੋ ਢਹਿਣਾ, ਆਪੋ ਆਪਣੀ ਬਾਟ ਮੁਕਾ ਕੇ ਸਭ ਨੂੰ ਜਾਣਾ। ਜਿਹੜੀ ਚੀਜ਼ ਪੈਦਾ ਹੋਈ ਹੈ ਸੰਸਾਰ ਦਾ, ਕੁਦਰਤ ਦਾ ਨਿਯਮ ਹੈ, ਜੋ ਬਣਿਆ ਹੈ, ਜੋ ਪੈਦਾ ਹੋਇਆ ਉਹ ਖਤਮ ਜ਼ਰੂਰ ਹੋਏਗਾ ਇੱਕ ਨਾ ਇੱਕ ਦਿਨ। ਜੋ ਘੜਿਆ ਹੈ, ਜੋ ਕਿਸੇ ਨੇ ਬਣਾਇਆ ਉਹ ਜ਼ਰੂਰ ਢਹੇਗਾ। ਇਹ ਸਾਰਿਆਂ ਤੇ ਆਏਗੀ ਮੌਤ। ਇਹਨੂੰ ਕਹਿੰਦੇ ਨੇ ਸਰੀਰਕ ਮੌਤ। ਜਿਹੜੀ ਮੌਤ ਦੀ ਯਾਦ ਵਿੱਚ ਆਪਾਂ ਬੈਠੇ ਆ ਸਾਰੇ ਜਾਣੇ। ਅੱਛਾ, ਦੂਜੀ ਹੁੰਦੀ ਹੈ ਜੀ ਮਨ ਦੀ ਮੌਤ, ਆਪਣੀ ਹਉਮੈ ਦੀ ਮੌਤ। ਇਹ ਮੌਤ ਭਾਗਾਂ ਵਾਲਿਆਂ ਤੇ ਆਉਂਦੀ ਹੈ, ਕਿਸੇ ਕਿਸੇ ਤੇ ਆਉਂਦੀ ਹੈ। ਜਿਹਦੇ ਬਾਬਤ ਮਹਾਰਾਜ ਕਹਿੰਦੇ ਨੇ, ਕੋਟਨ ਮਹਿ ਨਾਨਕ ਕੋ ਨਾਰਾਇਣ ਜੀਤ। ਮੌਤ ਮਾੜੀ ਨਹੀਂ ਹੈ, ਯਾਦ ਰੱਖਿਓ, ਮੌਤ ਮਾੜੀ ਨਹੀਂ ਹੈ, ਪਰ ਮਰਨ ਵਿੱਚ ਫਰਕ ਹੈ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਮਾਰੇ ਕਹਿੰਦੇ ਮਰਦਾ ਸਾਰਾ ਸੰਸਾਰ ਹੀ ਹੈ, ਕੋਈ ਨਹੀਂ ਰਹੇਗਾ, ਸਾਰੇ ਚਲੇ ਜਾਣਗੇ, ਪਰ ਮਰਨ ਵਿੱਚ ਫਰਕ ਬੜਾ ਜੀ। ਅੱਛਾ, ਤੁਸੀਂ ਸਿਆਣੇ ਬੈਠੇ ਹੋ ਸਾਰੇ, ਜਿੰਨੇ ਬੈਠੇ ਹੋ ਭਾਈ, ਤੁਹਾਡੇ ਚੋਂ ਕੋਈ ਜਾਣਾ ਬੰਦਾ ਉੱਠ ਕੇ ਇਹ ਗੱਲ ਕਹਿ ਸਕਦਾ ਕਿ ਮੈਨੂੰ ਪਤਾ ਮੇਰੀ ਮੌਤ ਕਦੋਂ ਹੋਏਗੀ? ਕੋਈ ਕਹਿ ਸਕਦਾ ਨਹੀਂ? ਕੋਈ ਭੈਣ, ਕੋਈ ਬੀਬੀ, ਕੋਈ ਭਾਈ ਉੱਠ ਕੇ ਤੁਹਾਡੇ ਚੋਂ ਕਹਿ ਸਕਦਾ ਬਈ ਵੀ ਮੇਰੀ ਮੌਤ ਆਹ ਦਿਨ ਨੂੰ ਹੋਏਗੀ? ਕੋਈ ਨਹੀਂ ਕਹਿ ਸਕਦਾ। ਸੱਚੇ ਪਾਤਸ਼ਾਹ ਤੁਸੀਂ ਇਹ ਗੱਲ ਤਾਂ ਕਹਿ ਦਿੱਤੀ ਵੀ ਮਰਨ ਵਿੱਚ ਬੜਾ ਫਰਕ ਹੈ। ਜਿਹੜਾ ਇਹੋ ਜਿਹੀ ਮੌਤ ਮਰ ਜਾਂਦਾ ਮੁੜ ਕੇ ਨਹੀਂ ਮਰਦਾ। ਮਹਾਰਾਜ ਮੌਤ ਹੁੰਦੀ ਕਿਹੜੀ ਆ? ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਮੈਨੂੰ ਨਹੀਂ ਪਤਾ ਮੇਰੀ ਮੌਤ ਕਿਵੇਂ ਹੋਏਗੀ, ਮੈਂ ਸੰਸਾਰ ਤੋਂ ਕਿੱਦਾਂ ਜਾਵਾਂਗਾ। ਪਰ ਇੱਕ ਗੱਲ ਪੱਕੀ ਹੈ ਮਹਾਰਾਜ, ਉਹ ਕਿਹੜੀ ਗੱਲ ਪੱਕੀ ਹੈ? ਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨਹੁ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਮੇਰੇ ਮਨ ਵਿੱਚ ਰੱਬ ਦੀ ਯਾਦ ਹੋਈ ਤਾਂ ਮੌਤ ਸੌਖੀ ਆ ਜਾਊ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੌਖੀ ਮੌਤ ਆਊਗੀ। ਤੇ ਯਾਦ ਰੱਖਿਓ ਸੰਗਤ ਜੀ ਸਾਰੇ ਜਾਣੇ, ਆਪਾਂ ਕਿਸੇ ਦੇ ਜਾਣ ਤੋਂ ਬਾਅਦ ਸਿਫਤਾਂ ਬਹੁਤ ਉਹਦੀਆਂ ਕਰਦੇ ਸਾਰੇ। ਬੜਾ ਗੁਣਵਾਨ ਬੰਦਾ ਸੀ, ਬੜਾ ਸਾਊ ਬੰਦਾ ਸੀ, ਨੇਕ ਸੁਭਾਅ ਦਾ ਸੀ, ਆਪਾਂ ਗੱਲਾਂ ਸਾਰੇ ਕਰਦੇ ਆ। ਪਰ ਇਹ ਕਿਸੇ ਦੇ ਗੱਲਾਂ ਕਰ ਲੈਣ ਨਾਲ ਕੋਈ ਮਾੜਾ ਚੰਗਾ ਨਹੀਂ ਬਣ ਜਾਂਦਾ ਜਾਂ ਚੰਗਾ ਮਾੜਾ ਨਹੀਂ ਬਣ ਜਾਂਦਾ। ਅੱਛਾ, ਕੋਈ ਬੰਦਾ ਆਪਣੀ ਜ਼ਿੰਦਗੀ ਵਿੱਚ ਕਿੰਨਾ ਕੁ ਸਾਊ ਸੀ, ਕਿੰਨੇ ਕੁ ਚੰਗੇ ਉਹਦੇ ਕੰਮ ਸੀ, ਇਸ ਗੱਲ ਦਾ ਜੇ ਪਤਾ ਲਾਉਣਾ ਹੋਵੇ ਨਾ ਜੀ, ਜੇ ਪਤਾ ਕਰਨਾ ਹੋਵੇ ਬੰਦਾ ਕਿਹੋ ਜਿਹਾ ਸੀ, ਉਹਦੀ ਮੌਤ ਵੇਖ ਲਓ। ਇਹ ਦੇਖ ਲਓ ਉਹਨੂੰ ਮੌਤ ਕਿੱਦਾਂ ਦੀ ਆਈ ਹੈ। ਚਾਹੁੰਦਾ ਹੈ ਮਰਨੇ ਤੇ ਜਗਤ ਡਰਿਆ, ਜੀਵਿਆ ਲੋੜੈ ਸਭ ਕੋਏ, ਜਗ ਮਰਨ ਨਾ ਭਾਇਆ, ਨਿਤ ਆਪ ਲੁਕਾਇਆ। ਮਰ ਕਹਿੰਦੇ ਲੋਕਾਂ ਨੂੰ ਮਰਨਾ ਚੰਗਾ ਨਹੀਂ ਲੱਗਦਾ, ਆਪਣੇ ਆਪ ਨੂੰ ਲੁਕਾਉਂਦੇ ਫਿਰਦੇ ਨੇ। ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਸਾਰਾ ਸੰਸਾਰ ਮੌਤ ਤੋਂ ਡਰਦਾ ਹੈ, ਪਰ ਰੱਬ ਦੇ ਬੰਦੇ ਮੌਤ ਮੰਗਦੇ ਨੇ। ਲੋ ਪੜਿਓ ਜੀ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਭਗਤਾਂ ਨੇ ਮੂੰਹ ਮੰਗ ਲਈ ਪਿਆਰਿਓ, ਭਗਤਾਂ ਨੇ ਮੂੰਹ ਮੰਗ ਲਈ। ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਭਗਤਾਂ
ਜਗ ਸਾਰਾ ਦੀ ਜਿਹੜੀ ਮਾਤ ਡਰੇ ਜਗ ਸਾਰਾ ਭਗਤਾਂ ਨੇ ਮੂੰਹ ਮੰਗ ਲਈ ਪਿਆਰਿਓ ਭਗਤਾਂ ਨੇ ਮੂੰਹ ਮੰਗ ਲਈ ਜਿਹੜੀ ਮਾਤ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਭਗਤਾਂ ਨੇ ਮੂੰਹ ਮੰਗ ਲਈ ਪਿਆਰਿਓ ਪਿਆਰਿਓ ਭਗਤਾਂ ਨੇ ਮੂੰਹ ਮੰਗ ਲਈ ਜਿਹੜੀ ਮੌਤ ਤੋਂ ਭਗਤਾਂ ਨੇ ਮੂੰਹ ਮੰਗ ਲਈ ਪਿਆਰਿਓ ਪਿਆਰਿਓ ਭਗਤਾਂ ਨੇ ਮੂੰਹ ਮੰਗ ਲਈ ਜਿਹੜੀ ਮੌਤ ਤੋਂ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਜਿਹੜੀ ਮੌਤ ਤੋਂ ਮੌਤ ਤੋਂ ਡਰੇ ਜਗ ਸਾਰਾ ਮੌਤ ਤੋਂ ਡਰੇ ਜਗ ਸਾਰਾ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਦੀ ਜਿਹੜੀ ਮੌਤ ਤੋਂ ਮੌਤ ਤੋਂ ਡਰੇ ਜਗ ਸਾਰਾ ਜਿਹੜੀ ਮੌਤ ਤੋਂ ਜਿਹੜੀ ਮੌਤ ਤੋਂ ਡਰੇ ਵੀ ਜਗ ਸਾਰਾ ਓ ਭਗਤਾਂ ਦੇ ਮੂੰਹੋਂ ਭਗਤਾਂ ਦੇ ਮੂੰਹ ਮੰਗ ਲਈ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਭਗਤਾਂ ਦੇ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਉਹ ਭਗਤਾਂ ਦੇ ਮੂੰਹ ਮੰਗ ਲਈ ਇਸ ਮਰਨੇ ਤੇ ਜਗ ਡਰੇ ਨਹੀਂ ਤੇ ਪਾਈਏ ਪੂਰਨ ਪਰਮਾਨੰਦ ਕਬੀਰ ਮਰਤਾ ਮਰਤਾ ਜਗ ਮੂਆ ਮਰ ਵੀ ਨਾ ਜਾਣੇ ਕੋਈ ਐਸੀ ਮਰਨੀ ਮਰੇ ਸੱਚੇ ਪਾਤਸ਼ਾਹ ਮੌਤ ਸਾਨੂੰ ਬਖਸ਼ ਕਰ ਦਿਓ ਜਿਹੜੀ ਮੌਤ ਤੁਹਾਨੂੰ ਚੰਗੀ ਲੱਗੇ ਆਓ ਇੰਨੀ ਸੇਵਾ ਕਰਿਓ ਪ੍ਰਵਾਨ ਬੋਲਦਿਆਂ ਕੋਲੋਂ ਗੁਰਮਤਿ ਵਿਚਾਰ ਕਰਦਿਆਂ ਇਤਿਹਾਸ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਖਿਮਾ ਕਰਿਓ ਸਾਰੀ ਸੰਗਤ ਦਾ ਧੰਨਵਾਦ ਭਾਈ ਕੁਲਵਿੰਦਰ ਸਿੰਘ ਜੀ ਹੁਣਾਂ ਦਾ ਭਾਈ ਦਾਰਾ ਸਿੰਘ ਹੁਣਾਂ ਦਾ ਜਿਨ੍ਹਾਂ ਨੇ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਖਸ਼ਿਸ਼ ਕੀਤਾ ਦਰਸ਼ਨ ਕਰਵਾਏ ਸੰਗਤਾਂ ਦੇ ਇੱਕ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਵੇਖੋ ਮੈਂ ਤੁਹਾਡਾ ਸਿਸਟਮ ਬਦਲਦਾ ਨਹੀਂ ਪਰ ਜੋ ਮਰਿਆਦਾ ਮੁਤਾਬਕ ਗੱਲ ਬਣਦੀ ਹੈ ਵੀ ਜਿਹੜੇ ਭਾਈ ਨੇ ਉਹ ਇਧਰਲੇ ਪਾਸੇ ਬੈਠਿਆ ਕਰੋ ਤੇ ਬੀਬੀਆਂ ਉਧਰ ਬੈਠਿਆ ਜੋ ਮਰਿਆਦਾ ਗੁਰੂ ਸਾਹਿਬ ਜੀ ਦੀ ਵੀ ਸਦਾ ਹੀ ਗੁਰੂ ਸਾਹਿਬ ਜੀ ਦੇ ਸੱਜੇ ਪਾਸੇ ਭਾਈਆਂ ਨੇ ਬਹਿਣਾ ਤੇ ਖੱਬੇ ਪਾਸੇ ਬੀਬੀਆਂ ਨੇ ਬਹਿਣਾ ਇਹ ਕੋਸ਼ਿਸ਼ ਕਰਿਆ ਕਰੋ ਤੇ ਇੱਕ ਹੋਰ ਕੰਮ ਕਰਿਆ ਕਰੋ ਜਦੋਂ ਜਥਾ ਲੱਗਣਾ ਅੱਗੇ ਵਾਸਤੇ ਕੋਈ ਵੀ ਤੇ ਇੰਨੀ ਕੁ ਕੋਸ਼ਿਸ਼ ਕਰੋ ਵੀ ਘੱਟੋ ਘੱਟ ਥੋੜੀ ਬਹੁਤੀ ਸੰਗਤਾਂ ਅੰਦਰ ਹੋਵੇ 15-20 ਮਿੰਟ ਤੋਂ ਸਾਨੂੰ ਇਹ ਸੈੱਟ ਕਰਦਿਆਂ ਲੰਘ ਗਿਆ ਵੀ ਸੰਗਤ ਜੀ ਬਹਿ ਜਾਓ ਆ ਜਾਓ ਬਹਿ ਜਾਓ ਸੁਣ ਲਓ ਕੋਈ ਸ਼ੁਰੂ ਕਰੀਏ ਉਹ ਸਮਾਂ ਸਾਰਾ ਖਰਾਬ ਹੋ ਜਾਂਦਾ ਇਹ ਬੇਨਤੀਆਂ ਤੇ ਧਿਆਨ ਦੇਣਾ ਸੌਂਡ ਵਾਲੇ ਵੀਰਾਂ ਦਾ ਧੰਨਵਾਦ ਗੁਰੂ ਸਾਹਿਬ ਜੀ ਦਾ ਧੰਨਵਾਦ ਆਓ ਹੁਣ ਆਪਾਂ ਅੰਤਮ ਅਰਦਾਸ ਵਿੱਚ ਸ਼ਾਮਲ ਹੋਵਾਂਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਗੁਰਦੀਪ ਸਿੰਘ ਨੂੰ ਆਪਣੇ ਭਾਣੇ ਅਨੁਸਾਰ ਗਤੀ ਬਖਸ਼ਿਸ਼ ਕਰਨ ਦੀ ਸਾਰੀ ਸੰਗਤ ਨਾਲ ਮਿਲ ਕੇ ਆਨੰਦ ਸਾਹਿਬ ਜੀ ਦਾ ਜਾਪ ਕਰੋ ਉਸ ਤੋਂ ਬਾਅਦ ਵਿੱਚ ਅਰਦਾਸ ਹੁਕਮਨਾਮੇ ਹੋਣਗੇ ਫਿਰ ਸਾਰੀ ਸੰਗਤ ਨੇ ਜੋ ਪ੍ਰਸ਼ਾਦਾ ਪਾਣੀ ਜਲ ਪਾਣੀ ਪਰਿਵਾਰ ਨੇ ਤਿਆਰ ਕੀਤਾ ਹੈ ਉਹ ਛਕ ਕੇ ਜਾਣਾ ਹੈ ਸੱਚੇ ਪਾਤਸ਼ਾਹ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ